ਨਮਦੀ ਕੱਟੀਐ ਸੱਜਣ ਸੱਚਾ ਪਾਤਿਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਦੀ ਰਾਸ ਜਾਣੀ, ਹਰ ਰਾਸ ਮੇਰੀ ਮਨ ਵਣਜਾਰਾ। ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ। ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਨ ਹਰ ਆਪੇ ਭਾਣਾ। ਕਹਾ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹੋ ਧਨ ਤਿਨਾ ਮਿਲਿਆ ਜਨ ਹਰ ਆਪੇ ਭਾਣਾ। ਕਹਾ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋ ਤਖਤ ਚੌਰ ਸ਼ਦਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੀ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ, ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਸੇਵਾ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਔਰ ਅੱਜ ਸਾਧ ਸੰਗਤ ਜੀ ਸਾਕਾ
ਸ੍ਰੀ ਨਨਕਾਣਾ ਸਾਹਿਬ ਜੀ ਦਾ ਦਿਨ ਹੈ। ਅੱਜ ਤੋਂ 101 ਸਾਲ ਪਹਿਲਾਂ 1921 ਈਸਵੀ ਔਰ 21 ਫਰਵਰੀ ਵਾਲੇ ਦਿਨ, ਅੱਜ ਦੇ ਦਿਨ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਜੀ ਦੇ ਪਾਵਨੀ ਅਸਥਾਨ, ਪ੍ਰਕਾਸ਼ ਧਾਰਨ ਵਾਲੇ ਅਸਥਾਨ, ਸ੍ਰੀ ਜਨਮ ਸਥਾਨ ਸਾਹਿਬ ਵਿਖੇ ਅਨੇਕਾਂ ਸੂਰਬੀਰ ਬਹਾਦਰਾਂ ਨੇ ਸ੍ਰੀ ਨਨਕਾਣਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਨੂੰ ਗੁਰੂ ਕੇ ਪਵਿੱਤਰ ਦਰਬਾਰ ਦੀ ਪਵਿੱਤਰਤਾ ਕਾਇਮ ਰੱਖਦਿਆਂ ਹੋਇਆਂ ਸਬਰ ਤੇ ਸ਼ਾਂਤੀ ਦੇ ਨਾਲ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ। ਜੋ ਮਹੰਤ ਨਰਾਇਣ ਦਾਸ ਔਰ ਉਹਦੇ ਸਾਥੀਆਂ ਨੇ, ਜ਼ਾਲਮਾਂ ਨੇ, ਜਰਵਾਣਿਆਂ ਨੇ ਗੁਰੂ ਕੇ ਸਿੰਘਾਂ ਦੇ ਉੱਤੇ ਅੱਤ ਦਾ ਜ਼ੁਲਮ ਢਾਇਆ ਔਰ ਗੁਰਬਾਣੀ ਪੜ੍ਹਦਿਆਂ, ਨਾਮ ਜਪਦਿਆਂ ਗੁਰਸਿੱਖਾਂ ਸੰਗਤਾਂ ਦੇ ਉੱਤੇ ਉਹਨਾਂ ਨੇ ਗੋਲੀਆਂ ਚਲਾਈਆਂ ਔਰ ਅੱਗ ਦੇ ਵਿੱਚ ਸਾੜ ਸਾੜ ਕੇ ਗੁਰੂ ਕੇ ਸਿੰਘਾਂ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ, ਜਿਸ ਨੂੰ ਸਾਕਾ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਉਸ ਪਵਿੱਤਰ ਸਥਾਨ ਦੇ ਸੰਬੰਧ ਦੇ ਵਿੱਚ ਕਰਕੇ ਫਿਰ ਆਪਾਂ ਲੜੀਵਾਰ ਅੰਮ੍ਰਿਤ ਬਾਣੀ ਦੀ ਕਥਾ ਦੇ ਨਾਲ ਜੁੜਦੇ ਹਾਂ। ਸ੍ਰੀ ਨਨਕਾਣਾ ਸਾਹਿਬ ਜੋ ਸਤਿਗੁਰੂ ਜੀ ਦਾ ਪਵਿੱਤਰ ਸਥਾਨ ਹੈ, ਇਹ ਸਾਧ ਸੰਗਤ ਜੀ ਉਸ ਪਾਵਨ ਨਗਰੀ ਦਾ ਨਾਮ ਹੈ ਸ੍ਰੀ ਨਨਕਾਣਾ ਸਾਹਿਬ, ਜਿਸ ਨਗਰ ਦਾ ਪਹਿਲਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਥਾਂ ਦੇ ਉੱਤੇ, ਉਸ ਧਰਤੀ ਤੇ 1469 ਈਸਵੀ ਸਨ 1526 ਬਿਕਰਮੀ ਸੰਮਤ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਜਗਤ ਗੁਰੂ ਜੀ ਨੇ ਪ੍ਰਕਾਸ਼ ਧਾਰਿਆ, ਜਿਸ ਦਾ ਜ਼ਿਕਰ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਇਸ ਤਰ੍ਹਾਂ ਕੀਤਾ ਹੈ। ਕਾਰਤਕ ਮਾਸ ਰੁੱਤ ਸਰਦ ਪੂਰਨਮਾਸੀ 8 ਜਾਮ 60 ਘਰੀ ਆਜ ਤੇਰੀ ਬਾਰੀ ਹੈ। ਉਰਜ ਮਾਸ ਕੀ ਪੂਰਨਮਾਸ਼ੀ, ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ ਉਸ ਧਰਤੀ ਤੇ। ਸਤਿਗੁਰੂ ਜੀ ਉਸ ਨਗਰੀ ਦੇ ਵਿੱਚ ਪਾਰ ਦਾ ਇਲਾਕਾ ਰਾਏ ਭੋਏ ਦੀ ਤਲਵੰਡੀ ਵਿੱਚ ਪ੍ਰਗਟ ਹੁੰਦੇ ਆ। ਉਸ ਮੌਕੇ ਉੱਥੋਂ ਦਾ ਜੋ ਹਾਕਮ ਸੀ ਉਸ ਦਾ ਨਾਮ ਹੈ ਰਾਏ ਬੁਲਾਰ ਭੱਟੀ। ਜਿਸ ਰਾਏ ਬੁਲਾਰ ਦੇ ਪਾਸ ਸਤਿਗੁਰੂ ਜੀ ਦੇ ਸਤਿਕਾਰਯੋਗ ਪਿਤਾ ਜੀ ਮਹਿਤਾ ਕਲਿਆਣ ਚੰਦ ਜੀ ਪਟਵਾਰੀ ਦੀ ਨੌਕਰੀ ਕਰਦੇ ਸਨ। ਤਲਵੰਡੀ ਮਹਿ ਰਾਏ ਬੁਲਾਰੂ ਸੋਦਰ ਸਮ ਕਾਲੂ ਸੰਗ ਪਿਆਰੂ, ਜਿਤੇ ਗ੍ਰਾਮ ਕੋ ਸੋ ਅਧਿਕਾਰੀ ਸਭ ਕੀ ਦਈ ਕਾਰ ਪਟਵਾਰੀ। ਤੇ ਰਾਏ ਬੁਲਾਰ ਦੇ ਪਿਤਾ ਦਾ ਨਾਮ ਸੀ ਸਾਧ ਸੰਗਤ ਜੀ ਰਾਏ ਭੋਏ। ਉਹਨਾਂ ਦੇ ਨਾਮ ਦੇ ਉੱਤੇ ਉਸ ਨਗਰ ਦਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਤੇ ਫਿਰ ਰਾਏ ਬੁਲਾਰ ਨੇ ਗੁਰੂ ਸਾਹਿਬ ਜੀ ਦੇ ਪਿਆਰ ਦੇ ਵਿੱਚ ਜਦੋਂ 3 ਕੌਤਕ ਵੇਖੇ ਸੀ ਨਾ ਮਹਾਰਾਜ ਸਾਹਿਬ ਜੀ ਦੇ ਬਚਪਨ ਤੇ, ਕਿਉਂਕਿ ਸਤਿਗੁਰੂ ਜੀ ਨੇ
ਪ੍ਰਕਾਸ਼ ਧਾਰਨ ਤੋਂ ਲੈ ਕਰਕੇ 15 ਸਾਲ ਦੀ ਸਰੀਰ ਕਾਰਬਲਾ ਤੱਕ ਰਾਏ ਭੋਏ ਦੀ ਤਲਵੰਡੀ ਨੂੰ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਪਵਿੱਤਰ ਕੀਤਾ। ਬਚਪਨ ਦੇ 15 ਸਾਲ ਮਹਾਰਾਜ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਵਿੱਚ ਹੀ ਬਤੀਤ ਕੀਤੇ। ਉਥੋਂ ਦੀਆਂ ਗਲੀਆਂ ਨੂੰ, ਉਥੋਂ ਦੀ ਜ਼ਮੀਨ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਛੋਹ ਨਾਲ ਪਵਿੱਤਰ ਕੀਤਾ। ਸਾਤ ਧਰਤੀ ਭਾਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ, ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲਹੁ ਦਇਆ ਕਰ, ਜਨ ਨਾਨਕ ਧੋਵੈ ਪਾਏ। ਫਿਰ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਇਸ ਧਰਤੀ ਤੇ ਆਉਂਦੇ ਆ, ਜਿਸ ਨੂੰ ਆਪਾਂ ਭਾਵਨਾ ਦੇ ਨਾਲ ਦੂਜਾ ਨਨਕਾਣਾ ਸਾਹਿਬ ਕਹਿੰਦੇ ਹਾਂ। ਗੁਰੂ ਕਾ ਪੰਥ ਕਹਿੰਦਾ ਹੈ, ਗੁਰੂ ਕੀਆਂ ਸੰਗਤਾਂ ਕਹਿੰਦੀਆਂ ਸੁਲਤਾਨਪੁਰ ਲੋਧੀ ਦੀ ਧਰਤੀ। 15 ਸਾਲ ਦੀ ਸਰੀਰ ਕਾਰਬਲਾ ਵਿੱਚ ਮਹਾਰਾਜ ਇੱਥੇ ਆਉਂਦੇ ਆ। ਫਿਰ 15 ਤੋਂ ਲੈ ਕੇ 28 ਸਾਲ ਦੀ ਸਰੀਰ ਕਾਰਬਲਾ ਤੱਕ, ਜਾਂ ਇਸ ਤਰ੍ਹਾਂ ਕਹਿ ਦਈਏ ਕਿ 1541 ਬਿਕਰਮੀ ਤੋਂ ਲੈ ਕਰਕੇ 1554 ਬਿਕਰਮੀ ਸੰਮਤ ਤੱਕ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਭਾਗ ਲਾਉਂਦੇ। 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਆਰੰਭ ਕੀਤੀਆਂ ਹਨ। ਬਾਬੇ ਤਾਰੇ ਚਾਰ ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜਦੋਂ ਬਚਪਨ ਦੇ ਵਿੱਚ ਮਹਾਰਾਜ ਸਾਹਿਬ ਰਾਏ ਭੋਏ ਦੀ ਤਲਵੰਡੀ ਤੇ ਕਿਰਪਾ ਵਰਤਾ ਰਹੇ ਹਨ ਜਗਤ ਗੁਰੂ ਜੀ, ਤੇ 3 ਕੌਤਕ ਮਹਾਰਾਜ ਸਾਹਿਬ ਜੀ ਦੇ ਰਾਏ ਬੁਲਾਰ ਨੇ ਤਲਵੰਡੀ ਦੇ ਹਾਕਮ ਨੇ ਵੇਖੇ। ਇੱਕ ਤਾਂ ਸੱਪ ਦੀ ਛਾਂ ਕਰਨ ਵਾਲਾ। ਮਹਾਰਾਜ ਸਾਹਿਬ ਜੀ ਮੱਝਾਂ ਗਾਵਾਂ ਨੂੰ ਚਾਰਦੇ ਹੋਏ ਬਰਾਜੇ ਹੋਏ ਸਨ, ਤੇ ਸੱਪ ਨੇ ਫਨ ਖਿਲਾਰ ਕੇ ਗੁਰੂ ਸਾਹਿਬ ਜੀ ਦੇ ਚਿਹਰੇ ਦੇ ਉੱਤੇ ਫਨ ਖਿਲਾਰ ਕੇ ਚਿਹਰੇ ਤੇ ਛਾਂ ਕੀਤੀ ਹੋਈ ਹੈ। ਰਾਏ ਬੁਲਾਰ ਨੇੜੇ ਆਏ ਸੀ। ਜਦੋਂ ਘੋੜੀ ਤੇ ਚੜ ਕੇ ਰਸਤੇ ਤੇ ਜਾ ਰਹੇ ਸੀ, ਖਿਆਲ ਕੀਤਾ ਸੀ ਵੀ ਇਹ ਜੇ ਤਾਂ ਸੱਪ ਨੇ ਡੰਗ ਦਿੱਤਾ ਹੋਇਆ ਤੇ ਫੇਰ ਇਹ ਚੜ੍ਹਾਈ ਕਰ ਗਏ ਹੋਣਗੇ। ਨੇੜੇ ਆਇਆ ਸੱਪ ਜਿਹੜਾ ਉਹ ਫਸਲ ਦੇ ਵਿੱਚ ਵੜ ਜਾਂਦਾ ਹੈ ਤੇ ਤੱਕਦਾ ਹੈ, ਇਹ ਤਾਂ ਮੇਰੇ ਪਟਵਾਰੀ ਦਾ ਪੁੱਤਰ ਹੈ, ਇਹ ਤਾਂ ਬਾਬੇ ਕਾਲੂ ਦਾ ਪੁੱਤਰ ਹੈ। ਮਹਾਰਾਜ ਸਾਹਿਬ ਜੀ ਦੇ ਜਦੋਂ ਪਾਸ ਜਾਂਦੇ ਆ ਰਾਏ ਬੁਲਾਰ, ਸਤਿਗੁਰੂ ਸਾਹਿਬ ਜੀ ਇੰਨੇ ਚਿਰ ਨੂੰ ਉੱਠ ਕੇ ਬੈਠ ਜਾਂਦੇ, ਖਲੋ ਕੇ ਰਾਏ ਬੁਲਾਰ ਦਾ ਸਤਿਕਾਰ ਕਰਦੇ, ਤੇ ਰਾਏ ਬੁਲਾਰ ਨੇ ਘੁੱਟ ਕੇ ਗਲ ਵਕੜੀ ਵਿੱਚ ਮਹਾਰਾਜ ਸਾਹਿਬ ਜੀ ਨੂੰ ਲਿਆ ਤੇ ਮੱਥਾ ਚੁੰਮਿਆ। ਇਸੇ ਤਰ੍ਹਾਂ ਇੱਕ ਦਿਨ ਫੇਰ ਜਦੋਂ ਰਾਏ ਬੁਲਾਰ ਘੋੜੀ ਤੇ ਸਵਾਰ ਸਾਥੀਆਂ ਦੇ ਨਾਲ ਆਪਣੇ ਸਿਪਾਹੀਆਂ ਦੇ ਨਾਲ ਜਾ ਰਿਹਾ ਸੀ, ਦੁਪਹਿਰ ਢਲੀ ਤੋਂ ਕੀ ਵੇਖਦਾ ਹੈ, ਸਾਰੇ ਦਰਖਤਾਂ ਦੇ ਪਰਛਾਵੇਂ ਢਲ ਗਏ ਆ, ਤੇ ਜਿਸ ਦਰਖਤ ਦੇ ਹੇਠਾਂ ਮਹਾਰਾਜ ਸਾਹਿਬ ਰਾਜੇ ਸੀ ਉਸ ਦਰਖਤ ਦਾ ਪਰਛਾਵਾਂ ਹੀ ਨਹੀਂ ਢਲਿਆ। ਮਾਲ ਜੀ ਦਾ ਰੁੱਖ ਲਿਖਿਆ ਭਾਈ ਕਾਹਨ ਸਿੰਘ ਨਾਭਾ ਨੇ, ਉਸ ਰੁੱਖ ਦਾ ਨਾਮ ਮਾਲ ਜੀ ਦਾ ਰੁੱਖ। ਉਹਨਾਂ ਸਾਰੇ ਅਸਥਾਨਾਂ ਤੇ ਗੁਰੂ ਕੇ ਅਸਥਾਨ ਸੋਭਣੀਕ ਹਨ ਉਸ ਧਰਤੀ ਤੇ। ਫੇਰ ਹੈਰਾਨ ਹੁੰਦਾ ਹੈ, ਨਮਸਕਾਰ ਕਰਦਾ ਹੈ ਕਿ ਇਹ ਤਾਂ ਖੁਦਾ ਦਾ ਨੂਰ ਹਨ। ਇੱਕ ਘਟਨਾ ਉਹ ਘਟੀ ਸੀ ਜਦੋਂ ਜ਼ਿਮੀਂਦਾਰ ਦੀ ਫਸਲ ਚਰ ਗਈਆਂ ਸੀ ਮਹਾਰਾਜ ਦੀਆਂ ਮੱਝਾਂ। ਉਹਨੇ ਰਾਏ ਬੁਲਾਰ ਦੇ ਕੋਲੇ ਆ ਕਰਕੇ ਫਰਿਆਦ ਕੀਤੀ ਸੀ ਕਿ ਤੇਰੇ ਪਟਵਾਰੀ ਦੇ ਪੁੱਤ ਨੇ ਮੇਰਾ ਕਿਆਰਾ ਹੀ ਸਾਰਾ ਖਵਾ ਦਿੱਤਾ ਹੈ। ਆਪਣੇ ਸਿਪਾਹੀ ਭੇਜੇ, ਜਾ ਕੇ ਵੇਖਿਆ, ਉਹਨਾਂ ਆਖਿਆ ਜੀ ਉੱਥੇ ਤਾਂ ਇੱਕ ਵੀ ਨਹੀਂ ਬੂਟਾ ਖਾਧਾ, ਫਸਲ ਹਰੀ ਭਰੀ ਹੈ, ਲੈ ਲਹਾਉਂਦੀ ਹੈ। ਇਹ 3 ਕੌਤਕ ਵੇਖ ਕੇ ਰਾਏ ਬੁਲਾਰ ਪੱਕਾ ਸ਼ਰਧਾਲੂ ਬਣ ਗਿਆ ਸੀ ਮਹਾਰਾਜ ਦਾ, ਤੇ ਮਹਾਰਾਜ ਦੇ ਪਿਤਾ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਸੀ ਪਟਵਾਰੀ ਨੂੰ ਕਿ ਮਹਿਤਾ ਕਲਿਆਣ ਚੰਦ ਵੇਖੀ ਸ੍ਰੀ ਨਾਨਕ ਨੂੰ ਕਿਤੇ ਪੁੱਤਰ ਜਾਣ ਕਰਕੇ ਫਿੱਟ ਮਾਰ ਨਾ ਕਰਦਾ ਹੋਵੀਂ, ਝਿੜਕੀ ਨਾ ਕਦੀ। ਇਹ ਰਾਏ ਬੁਲਾਰ ਨੇ ਬੇਨਤੀ ਕੀਤੀ ਸੀ। ਔਰ ਇਹ ਵੀ ਜ਼ਿਕਰ ਆਉਂਦਾ ਸਾਧ ਸੰਗਤ ਜੀ ਕਿ ਰਾਏ ਬੁਲਾਰ ਦੇ ਕੋਲੇ 1500 ਮੁਰੱਬਾ ਜ਼ਮੀਨ ਸੀ, 1500 ਮੁਰੱਬਾ, ਤੇ ਇੱਕ ਮੁਰੱਬੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਕਿੱਲਿਆਂ ਦੇ ਮੁਰੱਬੇ ਗਿਣੇ ਮਿਣੇ ਜਾਂਦੇ ਆ, ਪਰ 25 ਕਿੱਲੇ ਦਾ ਇੱਕ ਮੁਰੱਬਾ ਗਿਣਿਆ ਜਾਂਦਾ।
25 ਏਕੜ ਦਾ 1 ਮੁਰੱਬਾ ਤੇ 1500 ਮੁਰੱਬਾ ਜ਼ਮੀਨ ਸੀ ਰਾਏ ਬੁਲਾਰ ਭੱਟੀ ਦੀ। ਤੇ ਉਹਨੇ ਅੱਧੀ ਜ਼ਮੀਨ ਜਿਹੜੀ ਸੀ ਆਪਣੀ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਲਵਾਈ। 750 ਮੁਰੱਬਾ ਜ਼ਮੀਨ ਜਿਹੜੀ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਲਵਾਈ। ਤਾਂ ਗੁਰੂ ਸਾਹਿਬ ਜੀ ਦੇ ਉਹ ਪਵਿੱਤਰ ਅਸਥਾਨ ਤੇ ਰਾਏ ਭੋਏ ਦੀ ਤਲਵੰਡੀ ਦਾ ਨਾਮ ਵੀ ਰਾਏ ਬੁਲਾਰ ਨੇ ਆਪ ਹੀ ਰੱਖਿਆ, ਸ੍ਰੀ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਅਸਥਾਨ ਦਾ ਨਾਮ ਨਹੀਂ ਹੈ, ਨਨਕਾਣਾ ਸਾਹਿਬ ਸਾਰੇ ਨਗਰ ਦਾ ਨਾਮ ਹੈ। ਜਿੱਥੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਅਸਥਾਨ ਦਾ ਨਾਮ ਸ੍ਰੀ ਜਨਮ ਅਸਥਾਨ ਹੈ, ਜਨਮ ਅਸਥਾਨ। ਤੇ ਰਾਏ ਭੋਏ ਦੀ ਤਲਵੰਡੀ ਦਾ ਨਾਮ ਆਖਿਆ ਪਹਿਲਾਂ ਮੇਰੇ ਪਿਤਾ ਜੀ ਦੇ ਨਾਮ ਉੱਤੇ ਨਗਰ ਦਾ ਨਾਮ ਸੀ, ਪਰ ਇਸ ਨਗਰੀ ਦੇ ਵਿੱਚ ਖੁਦਾ ਦਾ ਨੂਰ ਆਇਆ, ਇਸ ਕਰਕੇ ਮੈਂ ਸ੍ਰੀ ਨਾਨਕ ਜੀ ਦੇ ਨਾਮ ਉੱਤੇ ਨਗਰੀ ਦਾ ਨਾਮ ਰੱਖਦਾ। ਨਨਕਾਣਾ ਭਾਵ ਨਾਨਕੇ ਆਣਾ, ਵੀ ਇਸ ਨਗਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਉਣਾ ਕੀਤਾ, ਇੱਥੇ ਪ੍ਰਕਾਸ਼ ਧਾਰਿਆ ਵਾ ਗੁਰੂ ਨਾਨਕ ਸਾਹਿਬ ਜੀ ਨੇ, ਇਸ ਕਰਕੇ ਨਾਨਕੇ ਆਣਾ, ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਆ ਤੇ ਤਾਂ ਕਰਕੇ ਇਸ ਦਾ ਨਾਮ ਨਨਕਾਣਾ ਸਾਹਿਬ ਹੈ। ਮਹਾਰਾਜ ਦੇ ਨਾਮ ਤੇ ਉਹਨੇ ਸਰੋਵਰ ਵੀ ਬਣਾਇਆ ਸੀ, ਰਾਏ ਬੁਲਾਰ ਨੇ ਸਰੋਵਰ ਬਣਾਉਣ ਦੀ ਸੇਵਾ ਵੀ ਕੀਤੀ। ਤਾਂ ਉਹ ਤਾਂ ਭਾਵਨਾ ਜੇ ਕਹਿੰਦਾ ਸੀ ਵੀ ਇਹ ਨਗਰੀ ਵਸਦੀ ਹੀ ਗੁਰੂ ਨਾਨਕ ਸਾਹਿਬ ਜੀ ਦੇ ਕਰਕੇ ਹੈ, ਇਹ ਸਭ ਕੁਝ ਹੈ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਇਥੋਂ ਤੀ ਕਹਿੰਦਾ ਸੀ ਜਦੋਂ ਖਰਾ ਸੌਦਾ ਮਹਾਰਾਜ ਨੇ ਕੀਤਾ ਸੀ ਨਾ, ਸੱਚਾ ਸੌਦਾ 20 ਰੁਪਈਆਂ ਦੇ, ਉਹ ਸੰਤਰੇਣ ਸਾਧੂ ਦੀ ਮੰਡਲੀ ਨੂੰ ਭੋਜਨ ਛਕਾ ਦਿੱਤਾ ਸੀ। ਪਿਤਾ ਜੀ ਨੇ ਚਪੇੜਾਂ ਵੀ ਮਾਰੀਆਂ ਸੀ, ਝਿੜਕਿਆ ਵੀ ਸੀ। ਰਾਏ ਬੁਲਾਰ ਨੇ ਮਹਾਰਾਜ ਸਾਹਿਬ ਦੇ ਪਿਤਾ ਜੀ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਸੀ ਇਸ ਤਰ੍ਹਾਂ ਕਿਉਂ ਕੀਤਾ, 20 ਰੁਪਈਆਂ ਦੀ ਕਿਹੜੀ ਗੱਲ ਹੈ, ਮੇਰੇ ਕੋਲੋਂ ਲੈ ਲਾ। ਸਾਰੀ ਸ੍ਰਿਸ਼ਟੀ ਸਾਰਾ ਸੰਸਾਰ ਸ੍ਰੀ ਨਾਨਕ ਜੀ ਦਾ ਦਿੱਤਾ ਖਾਂਦਾ ਹੈ, ਇਹ ਰਾਏ ਬੁਲਾਰ ਦੀ ਭਾਵਨਾ ਸੀ। ਇਹ ਤਲਵੰਡੀ ਇਕੱਲੀ ਨਹੀਂ, ਸਾਰਾ ਸੰਸਾਰ ਹੀ ਇਹਨਾਂ ਦਾ ਦਿੱਤਾ ਖਾਂਦਾ ਹੈ। ਤਾਂ ਜਿਸ ਸਥਾਨ ਦੇ ਉੱਤੇ ਸਾਧ ਸੰਗਤ ਜੀ ਇੰਨੀ ਜ਼ਮੀਨ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਮ, ਗੁਰੂ ਕੇ ਅਸਥਾਨਾਂ ਦੇ ਨਾਮ 750 ਮੁਰੱਬਾ, ਅੱਜ ਵੀ ਉਹ ਜ਼ਮੀਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੇ ਨਾਮ ਹੈ, ਜਿੰਨੇ ਅਸਥਾਨ ਹਨ। ਤੇ ਸਮੇਂ-ਸਮੇਂ ਤੇ ਇਹ ਜਿਹੜਾ ਗੁਰਧਾਮਾਂ ਦਾ ਹੈ ਸਾਂਭ ਸੰਭਾਲ ਸੇਵਾ ਦਾ ਪ੍ਰਬੰਧ, ਉਹ ਪਿਆਰ ਵਾਲਿਆਂ ਨੇ ਕੀਤਾ, ਜਿਨ੍ਹਾਂ ਨੂੰ ਸੇਵਾ ਮਿਲੀ। ਜਿਸ ਵੇਲੇ ਮਹੰਤਾਂ ਦੇ ਕੋਲੇ ਇਹ ਪ੍ਰਬੰਧ ਆਇਆ, ਕਿਉਂਕਿ ਅੱਜ ਦਾ ਜੋ ਦਿਨ ਹੈ ਸਾਕਾ ਸ੍ਰੀ ਨਨਕਾਣਾ ਸਾਹਿਬ, ਜਿਹੜਾ ਮਹੰਤ ਅੱਖਰ ਹੈ ਨਾ, ਮਹੰਤ ਪਰਮੇਸ਼ਰ ਨੂੰ ਵੀ ਆਖਿਆ ਹੈ ਸਾਧ ਸੰਗਤ ਜੀ। ਇਹ ਬੜਾ ਸਤਿਕਾਰਯੋਗ ਅੱਖਰ ਹੈ। ਜਦੋਂ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ ਤਾਂ ਉੱਥੇ ਵਾਹਿਗੁਰੂ ਨੂੰ ਮਹੰਤ ਕਹਿ ਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਨਮਸਤੰ ਅਨੰਤੇ ਨਮਸਤੰ ਮਹੰਤੇ। ਮਹੰਤ ਦਾ ਅਰਥ ਹੈ ਵੱਡਾ ਤੇ ਪੂਜਨੀਕ, ਜੋ ਸਭ ਤੋਂ ਵੱਡਾ ਹੈ। ਮਹੰਤ ਮੈਨੇ ਸਭ ਤੋਂ ਵੱਡਾ। ਇਸ ਕਰਕੇ ਮਹੰਤ ਅੱਖਰ ਤਾਂ ਬਹੁਤ ਸਤਿਕਾਰਯੋਗ ਹੈ, ਪੂਜਨੀਕ ਹੈ। ਜਿਵੇਂ ਕਦੀ ਮਸੰਦ ਅੱਖਰ ਵੀ ਗੁਰੂ ਘਰ ਦੇ ਵਿੱਚ ਆਇਆ, ਮਸੰਦ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਮਸੰਦ ਥਾਪਿਆ। ਪੰਜਵੇਂ ਪਾਤਸ਼ਾਹ ਮਹਾਰਾਜ ਵੇਲੇ 4 ਚੁਫੇਰੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਸੰਗਤ ਦਾ ਦਸਵੰਧ ਲੈ ਕਰਕੇ ਆਉਣਾ, ਸੰਗਤ ਦੀ ਕਾਰ ਭੇਟਾ ਲੈ ਕੇ ਆਉਣੀ। ਜਿਨ੍ਹਾਂ ਨੂੰ ਸੰਗਤ ਦੇ ਵਿੱਚ ਮਾਣ ਸਨਮਾਨ ਗੁਰੂ ਸਾਹਿਬ ਜੀ ਨੇ ਦਿੱਤਾ ਸੀ, ਉਹਨਾਂ ਨੂੰ ਮਸੰਦ ਆਖਿਆ ਸੀ। ਪਰ ਦਸਮ ਪਾਤਸ਼ਾਹ ਦੇ ਵਕਤ ਜਾ ਕਰਕੇ ਉਹਨਾਂ ਥਾਪੇ ਹੋਏ ਮਸੰਦਾਂ ਦੇ ਜੀਵਨ ਦੇ ਵਿੱਚ ਢਲਿਆਈ ਆ ਗਈ। ਉਹ ਸ਼ਰਾਬਾਂ ਪੀਣ ਲੱਗ ਪਏ, ਮਾਸ ਖਾਣ ਲੱਗ ਪਏ, ਆਪਣੀ ਪੂਜਾ ਕਰਾਉਣ ਲੱਗ ਪਏ। ਸਿੱਖਾਂ ਨੂੰ ਉਹ ਬਹੁਤ ਜ਼ਿਆਦਾ ਆਪਣਾ ਇੱਕ ਤਰ੍ਹਾਂ ਦਾ ਪ੍ਰਭਾਵ ਪਾ ਕਰਕੇ ਤੇ ਤੰਗ ਕਰਨ ਲੱਗ ਪਏ। ਜਦੋਂ ਸਿੱਖਾਂ ਵੱਲੋਂ, ਸੰਗਤਾਂ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਕਿ ਮਹਾਰਾਜ ਆਪ ਜੀ ਦੇ ਥਾਪੇ ਹੋਏ ਮਸੰਦ ਕੁਕਰਮ ਕਰਦੇ ਆ
ਤੇ ਫਿਰ ਦਸਮ ਪਾਤਸ਼ਾਹ ਨੇ ਮਸੰਦ ਸਾੜੇ ਫਿਰ ਮਹਾਰਾਜ ਸਾਹਿਬ ਜੀ ਨੇ ਤੇਲ ਪਾ ਪਾ ਕੇ, ਗੁੜ ਪਾ ਪਾ ਕੇ ਕੜਾਹਿਆਂ ਦੇ ਵਿੱਚ ਤਲੇ। ਕਦੀ ਮਸੰਦ ਆਪ ਥਾਪੇ ਗੁਰੂ ਸਾਹਿਬ ਜੀ ਨੇ, ਸਤਿਕਾਰਯੋਗ ਸੀ ਸੰਗਤ ਦੇ ਵਿੱਚ ਮਸੰਦ ਅੱਖਰ। ਕਦੀ ਫਿਰ ਮਹਾਰਾਜ ਸਾਹਿਬ ਜੀ ਨੇ ਸਾੜੇ ਆਪ ਹੀ ਕਿ ਇਹਨਾਂ ਦੇ ਜੀਵਨ ਜਿਹੜੇ ਹੋਣੇ ਸੁਧਰਨ ਵਾਲੇ ਨਹੀਂ, ਤਾਂ ਫਿਰ ਮਹਾਰਾਜ ਸਾਹਿਬ ਜੀ ਨੂੰ ਸਾੜਨੇ ਪਏ। ਤੇ ਅੱਜ ਕੱਲ ਜੇ ਕਿਸੇ ਨੂੰ ਵੱਡੀ ਗਾਲ ਕੱਢਣੀ ਹੋਵੇ ਤੇ ਉਹਨੂੰ ਕਹਿ ਦਿੰਦੇ ਆ ਉਹਦੀ ਕੀ ਗੱਲ ਕਰਨੀ, ਇਹ ਤੇ ਹੈ ਹੀ ਨਿਰਾ ਮਸੰਦ, ਇਹਦੀ ਕੀ ਗੱਲ ਕਰਨੀ ਹੈ, ਇਹ ਤਾਂ ਹੈ ਹੀ ਨਿਰਾ ਮਸੰਦ, ਭਾਵ ਇਹ ਤੇ ਅੱਗ ਲਾ ਕੇ ਤੇਲ ਪਾ ਕੇ ਸਾੜਨ ਵਰਗਾ, ਸਾੜਨ ਜੋਗਾ। ਇਸੇ ਤਰ੍ਹਾਂ ਜਿਵੇਂ ਮਸੰਦ ਕਦੀ ਸਤਿਕਾਰਯੋਗ ਸੀ, ਕਦੀ ਜੀਵਨ ਢਿੱਲਾ ਹੋ ਗਿਆ ਤੇ ਗੁਰੂ ਸਾਹਿਬ ਨੇ ਆਪ ਸਾੜੇ, ਆਪ ਖਤਮ ਕੀਤੇ। ਤੇ ਉਹਦੇ ਵਿੱਚ ਸਤਿਕਾਰਯੋਗ ਜਿਹੜੇ ਸੀ ਉਹਨਾਂ ਦਾ ਮਾਣ ਸਨਮਾਨ ਵੀ ਕਾਇਮ ਰੱਖਿਆ। ਭਾਈ ਫੇਰੂ ਜੀ ਵਰਗੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਆਖਿਆ ਨਹੀਂ ਇਹ ਤਾਂ ਸੱਚੀ ਦਾੜੀ ਹੈ, ਭਾਈ ਫੇਰੂ ਦੀ ਤਾਂ ਸੱਚੀ ਦਾੜੀ ਹੈ। ਜਿਨ੍ਹਾਂ ਦਾ ਜੀਵਨ ਚੰਗਾ ਸੀ ਉਹਨਾਂ ਨੂੰ ਸਨਮਾਨ ਵੀ ਦਿੱਤਾ। ਇਸੇ ਤਰ੍ਹਾਂ ਮਹੰਤ ਸਾਰੇ ਮਾੜੇ ਨਹੀਂ ਸੀ ਸਾਧ ਸੰਗਤ ਜੀ, ਮਹੰਤ ਤਾਂ ਪਰਮੇਸ਼ਰ ਨੂੰ ਵੀ ਆਖਿਆ। ਤਾਂ ਜਿਹੜੇ ਉਦਾਸੀ ਸਾਧੂ ਸੀ ਉਹਨਾਂ ਨੂੰ ਮਹੰਤ ਕਿਹਾ ਜਾਂਦਾ। ਜਿਸ ਵੇਲੇ ਉਦਾਸੀਆਂ ਨੇ ਇਹ ਪ੍ਰਬੰਧ ਸੰਭਾਲਿਆ ਗੁਰੂ ਘਰਾਂ ਦਾ, ਕਿਉਂਕਿ ਗੁਰੂ ਕਾ ਖਾਲਸਾ ਜੰਗਾਂ ਯੁੱਧਾਂ ਦੇ ਵਿੱਚ ਜੂਝਦਾ ਰਿਹਾ ਤੇ ਸਾਰਾ ਪ੍ਰਬੰਧ ਜਿਹੜਾ ਸੀ ਉਦਾਸੀ ਮਹਾਂਪੁਰਖਾਂ ਦੇ ਹਿੱਸੇ ਆਇਆ। ਉਹਨਾਂ ਨੇ ਆਪਣੇ ਸਮੇਂ ਵਿੱਚ ਗੁਰਧਾਮਾਂ ਦੀ ਬੜੀ ਸੇਵਾ ਕੀਤੀ, ਪਰ ਜਿਹੜੇ ਉਹਨਾਂ ਦੇ ਵਿੱਚ ਵੀ ਢਿੱਲੇ ਜੀਵਨ ਵਾਲੇ ਸੀ ਉਹਨਾਂ ਨੇ ਫਿਰ ਗੁਰਧਾਮਾਂ ਦੇ ਵਿੱਚ ਅਯਾਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਵਿੱਚੋਂ ਹੀ ਇੱਕ ਨਰੈਣ ਦਾਸ ਮਹੰਤ ਸੀ ਜਿਸ ਦੇ ਕੋਲੇ ਸ੍ਰੀ ਨਨਕਾਣਾ ਸਾਹਿਬ ਦਾ ਸਾਰਾ ਪ੍ਰਬੰਧ ਸੀ, ਜਿੰਨੇ ਅਸਥਾਨ ਸੀ ਉਹਦੇ ਪ੍ਰਬੰਧ ਹੇਠ ਚੱਲਦੇ ਸੀ, ਜਿਹਨੂੰ ਗੁਰੂ ਕੇ ਸਿੱਖ ਨਰੈਣੂ ਮਹੰਤ ਕਹਿੰਦੇ। ਉਹਦਾ ਨਾਮ ਸੀ ਪੂਰਾ ਨਰੈਣ ਦਾਸ ਮਹੰਤ। ਤੇ ਇੱਥੋਂ ਤੀਕ ਢਿਲਾਈ ਆ ਚੁੱਕੀ ਸੀ ਉਹਨਾਂ ਮਹੰਤਾਂ ਦੇ ਜੀਵਨ ਦੇ ਵਿੱਚ ਕਿ ਉਹ ਗੁਰੂ ਘਰ ਦੇ ਵਿੱਚ ਹੀ ਸ਼ਰਾਬ ਕੱਢਦੇ ਸੀ ਤੇ ਗੁਰੂ ਘਰ ਦੇ ਵਿੱਚ ਹੀ ਸ਼ਰਾਬ ਪੀਂਦੇ ਸੀ। ਉੱਥੇ ਹੀ ਮਾਸ ਰਿੰਨਦੇ ਸੀ ਤੇ ਉੱਥੇ ਹੀ ਮਾਸ ਖਾਂਦੇ ਸੀ। ਇਹ ਲਿਖਿਆ ਹੋਇਆ ਵਾ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ। ਉਹਨਾਂ ਨੇ ਸ਼ਰਾਬ ਗੁਰਧਾਮਾਂ ਦੇ ਅੰਦਰ ਹੀ ਕੱਢਣੀ ਤੇ ਉੱਥੇ ਹੀ ਪੀਣੀ। ਜਿੱਥੋਂ ਇਹ ਸਾਕੇ ਦਾ ਮੁੱਢ ਵੱਜਦਾ ਹੈ ਵੀ ਇੱਕ ਸਿੰਧੀ ਜੱਜ ਸੀ ਜਿਸ ਨੇ ਬੜੀ ਇਮਾਨਦਾਰੀ ਦੇ ਨਾਲ ਆਪਣੀ ਨੌਕਰੀ ਕੀਤੀ, ਜੱਜ ਦੀ ਨੌਕਰੀ ਕੀਤੀ। ਤਾਂ ਉਹ ਸ੍ਰੀ ਨਨਕਾਣਾ ਸਾਹਿਬ ਆ ਕਰਕੇ ਸਮੇਂ-ਸਮੇਂ ਤੇ ਨਮਸਕਾਰ ਕਰਕੇ ਜਾਇਆ ਕਰਦਾ ਸੀ। ਸਿੰਧੀ ਸਿੱਖ ਜੱਜ, ਆਮ ਹੀ ਜਿਹੜੀ ਸਿੰਧ ਦੇ ਵਿੱਚ ਰਹਿਣ ਵਾਲੀ ਸੰਗਤ ਹੈ ਨਾ, ਜਿਨ੍ਹਾਂ ਨੂੰ ਸਿੰਧੀ ਸਿੱਖ ਕਹਿੰਦੇ ਆਪਾਂ, ਸਿੰਧੀ ਸਿੱਖ, ਉਹ ਗੁਰੂ ਨਾਨਕ ਸਾਹਿਬ ਜੀ ਦੇ ਬੜੀ ਸ਼ਰਧਾ ਰੱਖਦੇ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਧਾ ਰੱਖਦੇ ਆ। ਤੇ ਇਸੇ ਤਰ੍ਹਾਂ ਉਹ ਸਿੰਧੀ ਜੱਜ ਜਿਹੜਾ ਸੀ, ਜਦੋਂ ਰਿਟਾਇਰ ਹੋਇਆ ਨਾ, ਆਪਣੇ ਪਰਿਵਾਰ ਦੇ ਸਮੇਤ ਉਹ ਸ੍ਰੀ ਨਨਕਾਣਾ ਸਾਹਿਬ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਆਇਆ। ਤੇ ਉਹ ਇੱਕ ਰਾਤ ਰਹਿਣ ਵਾਸਤੇ ਉੱਥੇ ਠਹਿਰਿਆ ਆਪਣੇ ਪਰਿਵਾਰ ਦੇ ਸਮੇਤ। ਤੇ 13 ਸਾਲ ਦੀ ਉਹਦੀ ਪੁੱਤਰੀ ਸੀ, ਧੀ ਸੀ ਉਸਦੀ। ਜਦੋਂ ਨਨਕਾਣਾ ਸਾਹਿਬ ਉਸ ਨੂੰ ਕਮਰਾ ਮਿਲਿਆ, ਉਹ ਪਰਿਵਾਰ ਸਮੇਤ ਉੱਥੇ ਠਹਿਰਿਆ। ਰਾਤ ਦਾ ਸਮਾਂ ਹੋਇਆ, ਹਨੇਰਾ ਹੈ। ਤਾਂ ਉਸ ਵੇਲੇ ਕਮਰੇ ਦੇ ਵਿੱਚ ਕੋਈ ਚਾਨਣਾ ਨਹੀਂ ਹੈ। ਤੇ ਜਿਹੜੇ ਮਹੰਤ ਦੇ ਉਹ ਚੇਲੇ ਸਨ, ਉੱਥੇ ਰਹਿਣ ਵਾਲੇ ਜਿਹੜੇ ਪ੍ਰਬੰਧਕ ਸੀ, ਉਹਨਾਂ ਨੂੰ ਉਹਨੇ ਬੇਨਤੀ ਕੀਤੀ ਵੀ ਕੋਈ ਦੀਵਾ ਬੱਤੀ ਦਿੱਤੀ ਜਾਵੇ ਤੇ ਮੈਂ ਆਪਣੇ ਕਮਰੇ 'ਚ ਚਾਨਣਾ ਕਰ ਲਵਾਂ। ਉਹਨਾਂ ਆਖਿਆ ਵੀ ਆਪਣੀ ਪੁੱਤਰੀ ਨੂੰ ਭੇਜ ਦੇ ਤੇ ਅਸੀਂ ਦੀਵਾ ਦੇ ਕੇ ਭੇਜ ਦਿੰਨੇ ਆ। ਲਾਲਟਨ ਲਿਖਿਆ ਕਈਆਂ ਨੇ ਦੀਵਾ ਚਾਨਣਾ ਕਰਨ ਵਾਸਤੇ। ਜਿਸ ਵੇਲੇ ਉਹ 13 ਸਾਲ ਦੀ ਲੜਕੀ ਨੂੰ ਉਹ ਜੱਜ ਨੇ, ਸਿੰਧੀ ਸਿੱਖ ਨੇ ਭੇਜਿਆ ਨਾ ਵੀ ਜਾ ਪੁੱਤਰੀ ਉੱਥੋਂ ਦੀਵਾ ਲੈ ਕੇ ਆਪਾਂ ਕਮਰੇ 'ਚ ਬਾਲ ਕੇ ਚਾਨਣਾ ਕਰਦੇ। ਤੇ ਫਿਰ ਉਹ ਮਹੰਤ ਦੇ ਜਿਹੜੇ ਉਹ ਗੁੰਡੇ ਸੀ, ਕੁਕਰਮੀ ਸੀ, ਉਹਨਾਂ ਨੇ ਉਸ ਦੀ ਪੁੱਤਰੀ ਦੇ ਨਾਲ ਕੁਕਰਮ ਕੀਤਾ। 13 ਸਾਲ ਦੀ ਧੀ ਸੀ ਉਹ ਰਿਟਾਇਰ ਜੱਜ ਦੀ। ਤੇ ਜਿਸ ਵੇਲੇ ਉਹਨੂੰ ਪਤਾ ਲੱਗਾ, ਉਹ ਰੋਇਆ ਕੁਰਲਾਇਆ ਉੱਥੋਂ ਜਾਣ ਲੱਗਾ। ਤੇ ਨਰੈਣੂ ਮਹੰਤ ਨੇ ਆਖਿਆ ਇੱਥੇ ਰਹਿ, ਤੈਨੂੰ ਜਾਣ ਨਹੀਂ ਦੇਣਾ।
ਜੇ ਰੌਲਾ ਪਾਇਆ ਤੇ ਸਮੇਤ ਪਰਿਵਾਰ ਦੇ ਮਾਰ ਦਿਆਂਗੇ। ਲਿਖਿਆ ਵਾ ਸਾਧ ਸੰਗਤ ਜੀ ਕਿ ਫਿਰ ਸਾਰੀ ਰਾਤ ਉਸ ਸਰੋਵਰ ਦੇ ਕੰਢੇ ਤੇ ਬੈਠਾ ਰੋਂਦਾ ਰਿਹਾ, ਸਾਰੀ ਰਾਤ। ਤੇ ਉਹਦੀ ਧੀ ਦੇ ਨਾਲ ਉੱਥੋਂ ਦੇ ਪ੍ਰਬੰਧਕ ਕੁਕਰਮ ਕਰਦੇ ਰਹੇ। ਸਾਰੀ ਰਾਤ ਉਹਦੀ ਕੋਈ ਵਾਹ ਪੇਸ਼ ਨਹੀਂ ਗਈ ਤੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਤਰਲੇ ਪਾਉਂਦਾ ਰਿਹਾ, ਬੇਨਤੀਆਂ ਕਰਦਾ ਰਿਹਾ ਵੀ ਮਹਾਰਾਜ ਮੈਂ ਤਾਂ ਤੁਹਾਡਾ ਸ਼ੁਕਰਾਨਾ ਕਰਨ ਆਇਆ ਸਾਂ ਇਸ ਸਥਾਨ ਤੇ ਤੁਹਾਡੇ ਅਸਥਾਨ ਤੇ ਰਹਿਣ ਵਾਲੇ ਇਹਨਾਂ ਪਾਪੀਆਂ ਨੇ ਕੀ ਕੀਤਾ। ਫਿਰ ਉਹ ਸਿੱਖਾਂ ਦੇ ਕੋਲੇ ਆਇਆ, ਲਾਹੌਰ ਸਿੱਖਾਂ ਦੀ ਕਾਨਫਰੰਸ ਹੋਈ, ਉੱਥੇ ਗਿਆ। ਜਦੋਂ ਸਿੱਖਾਂ ਦਾ ਜਥਾ ਬੈਠਾ ਸਿੰਘਾਂ ਦਾ, ਤੇ ਉਹਨੇ ਜਾ ਕੇ ਰੋ ਕੇ ਉਹਨੇ ਆਖਿਆ, ਸਿੱਖੋ ਮਰ ਗਏ ਜੇ ਤੁਸੀਂ। ਸਿੱਖ ਤਾਂ ਬਗਾਨੀਆਂ ਧੀਆਂ ਭੈਣਾਂ ਨੂੰ ਵੀ ਛਡਾਉਂਦੇ ਸੀ ਤੇ ਧੀਆਂ ਦੇ ਸਿਰ ਤੇ ਹੱਥ ਰੱਖਦੇ ਸੀ ਵੀ ਇਹ ਸਾਡੀਆਂ ਧੀਆਂ, ਇਹ ਸਾਡੀਆਂ ਭੈਣਾਂ, ਸਾਡੀਆਂ ਮਾਵਾਂ। ਤੇ ਅੱਜ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਮੇਰੀ ਪੁੱਤਰੀ ਦੇ ਨਾਲ ਆਹ ਕੁਝ ਹੋਇਆ। ਸਿੱਖੋ ਤੁਸੀਂ ਜਿਉਂਦੇ ਜੇ ਕਿ ਮਰ ਗਏ ਜੇ। ਇਹ ਉਸ ਸਿੰਧੀ ਜੱਜ ਦੇ ਬੋਲ ਸੀ। ਫਿਰ ਉਸ ਮੌਕੇ ਤੇ ਫਿਰ ਸਿੱਖਾਂ ਨੇ ਸਾਧ ਸੰਗਤ ਜੀ ਗੁਰਮਤਾ ਕੀਤਾ, ਇਕੱਠ ਕੀਤਾ ਵੀ ਇਹਨਾਂ ਜ਼ਾਲਮ ਮਹੰਤਾਂ ਦੇ ਕੋਲੋਂ ਗੁਰਧਾਮ ਆਜ਼ਾਦ ਕਰਵਾਏ ਜਾਣ। ਫਿਰ ਵੱਖ-ਵੱਖ ਥਾਵਾਂ ਤੇ ਇਕੱਠ ਹੋਇਆ, ਕਿਉਂਕਿ ਉਦੋਂ ਸਾਰੇ ਅਸਥਾਨਾਂ ਦੇ ਉੱਤੇ ਹੀ ਮਹੰਤਾਂ ਦਾ ਕਬਜ਼ਾ ਸੀ, ਸਾਰੇ ਅਸਥਾਨਾਂ ਦੇ ਉੱਤੇ। ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਬਾਕੀ ਵੀ ਲਗਭਗ ਸਾਰੇ ਅਸਥਾਨਾਂ ਦੇ ਉੱਤੇ। ਫਿਰ ਪਿੰਡਾਂ ਦੇ ਵਿੱਚੋਂ ਸਿੰਘ ਉੱਠੇ, ਫਿਰ ਜਥੇ ਬਣੇ। ਫਿਰ ਸਭ ਤੋਂ ਪਹਿਲਾਂ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਜਿਹੜੇ ਅਸਥਾਨ ਉਹਨਾਂ ਦਾ ਵੀ ਮੋਰਚਾ ਲੱਗਾ, ਰਕਾਬਗੰਜ ਸਾਹਿਬ ਦਾ ਮੋਰਚਾ ਲੱਗਾ। ਇਸੇ ਤਰ੍ਹਾਂ ਜੈਤੋ ਗੰਗਸਰ ਗੁਰਦੁਆਰੇ ਸਾਹਿਬ ਦਾ ਮੋਰਚਾ ਲੱਗਾ। ਫਿਰ ਸ੍ਰੀ ਤਰਨਤਾਰਨ ਸਾਹਿਬ ਅਸਥਾਨ ਨੂੰ ਆਜ਼ਾਦ ਕਰਾਉਣ ਵਾਸਤੇ ਮੋਰਚਾ ਲਾਇਆ ਗਿਆ। ਇੱਥੋਂ ਦਾ ਵੀ ਲਿਖਿਆ ਹੋਇਆ ਵਾ ਵੀ ਮਹੰਤ ਜਿਹੜੇ ਸੀ ਉਹ ਸਰੋਵਰ ਸਾਹਿਬ ਦੇ ਵਿੱਚ ਸਰੋਵਰ ਦੇ ਜਲ ਦੇ ਨਾਲ ਹੀ ਸ਼ਰਾਬ ਕੱਢਦੇ ਸੀ ਤੇ ਸਰੋਵਰ ਦੇ ਵਿੱਚ ਹੀ ਸ਼ਰਾਬ ਨੂੰ ਠੰਡੀ ਕਰਕੇ ਫਿਰ ਪੀਂਦੇ ਸੀ, ਸਰੋਵਰ ਦੇ ਵਿੱਚ ਹੀ। ਫਿਰ ਇੱਥੋਂ ਦਾ ਤਰਨਤਾਰਨ ਸਾਹਿਬ ਅਸਥਾਨ ਨੂੰ ਆਜ਼ਾਦ ਕਰਾਉਣ ਵਾਸਤੇ ਮੋਰਚਾ ਲਾਇਆ ਗਿਆ ਤੇ 2 ਸਿੰਘ ਇੱਥੇ ਸ਼ਹੀਦ ਹੋਏ, ਇੱਕ ਭਾਈ ਹੁਕਮ ਸਿੰਘ, ਇੱਕ ਭਾਈ ਹਜ਼ਾਰਾ ਸਿੰਘ। ਤੇ ਭਾਈ ਲਛਮਣ ਸਿੰਘ ਧਾਰੋਵਾਲ ਵਾਲੇ ਜਿਹੜੇ ਸੀ ਉਹਨਾਂ ਦੇ ਸਾਹਮਣੇ ਇਹ ਦੋਵੇਂ ਸਿੰਘ ਸ਼ਹੀਦ ਹੋਏ। ਜਦੋਂ ਇਹਨਾਂ ਦਾ ਅਖੰਡ ਪਾਠ ਸਾਹਿਬ ਆਰੰਭ ਕਰਕੇ ਭੋਗ ਪਾਇਆ ਗਿਆ ਤੇ ਸਿੰਘਾਂ ਦਾ ਇਕੱਠ ਹੋਇਆ, ਉਸ ਇਕੱਠ ਦੇ ਵਿੱਚ ਫਿਰ ਫੈਸਲਾ ਕੀਤਾ ਗਿਆ ਤੇ ਭਾਈ ਲਛਮਣ ਸਿੰਘ ਜਿਹੜੇ ਧਾਰੋਵਾਲ ਵਾਲੇ ਸਿੰਘ ਸੀ ਉਹਨਾਂ ਨੇ ਉਸ ਇਕੱਠ ਦੇ ਵਿੱਚ ਫਿਰ ਬੋਲਦਿਆਂ ਇਹ ਗੱਲ ਆਖੀ ਵੀ ਆਪਾਂ ਹੁਣ ਸ੍ਰੀ ਨਨਕਾਣਾ ਸਾਹਿਬ ਆਜ਼ਾਦ ਕਰਾਈਏ। ਹੋਰ ਵੀ ਸਿੱਖ ਆਗੂ ਸਨ, ਭਾਈ ਕਰਤਾਰ ਸਿੰਘ ਆਦਿਕ, ਭਾਈ ਪ੍ਰਤਾਪ ਸਿੰਘ, ਭਾਈ ਦਲੀਪ ਸਿੰਘ, ਕਈਆਂ ਸਿੰਘਾਂ ਦਾ ਨਾਮ ਆਉਂਦਾ ਜਿਹੜੇ ਉਸ ਮੌਕੇ ਤੇ ਸਿੱਖ ਆਗੂ ਸਨ। ਤੇ ਭਾਈ ਲਛਮਣ ਸਿੰਘ ਨੇ ਤਾਂ ਇਹ ਬੇਨਤੀ ਕੀਤੀ ਵੀ ਸਤਿਗੁਰੂ ਜੀ ਇਹਨਾਂ ਪਾਪੀਆਂ ਨੇ ਕੁਕਰਮ ਕਰਕੇ ਆਪ ਜੀ ਦੇ ਪਵਿੱਤਰ ਸਥਾਨ ਦੀ ਪਵਿੱਤਰਤਾ ਭੰਗ ਕਰ ਦਿੱਤੀ ਹੈ ਤੇ ਕਿਰਪਾ ਕਰ ਜਿਵੇਂ ਇਹਨਾਂ ਸਿੰਘਾਂ ਨੇ ਸ਼ਹੀਦੀ ਪਾ ਕਰਕੇ ਆਪ ਜੀ ਦੇ ਪਵਿੱਤਰ ਸਥਾਨ ਦੀ ਪਵਿੱਤਰਤਾ ਕਾਇਮ ਕੀਤੀ ਸ੍ਰੀ ਤਰਨਤਾਰਨ ਸਾਹਿਬ ਦੇ, ਤੇ ਮੇਰੇ ਤੋਂ ਇਹ ਸੇਵਾ ਲੈ ਮੈਂ ਸ੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਵਿੱਚ ਸ਼ਹੀਦੀ ਪਾਵਾਂ। ਇਹ ਭਾਈ ਲਛਮਣ ਸਿੰਘ ਧਾਰੋਵਾਲ ਨੇ ਬੇਨਤੀ ਕੀਤੀ। ਉਸ ਤੋਂ ਬਾਅਦ ਸਾਰਾ ਗੁਰਮਤਾ ਕੀਤਾ ਗਿਆ ਵੀ ਜਥੇ ਜਿਹੜੇ ਆ ਉਹ ਸ੍ਰੀ ਨਨਕਾਣਾ ਸਾਹਿਬ ਨੂੰ ਭੇਜੇ ਜਾਣ। ਤੇ ਸਭ ਤੋਂ ਪਹਿਲਾ ਜਥਾ ਜਿਹੜਾ ਸੀ ਉਹ ਭਾਈ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਦੇ ਵਿੱਚ ਗਿਆ, ਜਿਹਦੇ ਵਿੱਚ ਲਗਭਗ 150 ਸਿੰਘ ਸੀ। ਤੇ ਫੈਸਲਾ ਇਹ ਕੀਤਾ ਗਿਆ ਵੀ ਆਪਾਂ ਕੋਈ ਹਥਿਆਰ ਲੈ ਕੇ ਨਹੀਂ ਜਾਣਾ, ਕੋਈ ਸ਼ਸਤਰ ਲੈ ਕੇ ਨਹੀਂ ਜਾਣਾ। ਜਿਹੜੇ ਆਪਾਂ ਕਕਾਰ ਪਹਿਨੇ ਹੋਏ ਆ, ਕਕਾਰ ਤਾਂ ਸਿੱਖ ਨੇ ਪਹਿਨਣੇ ਹੀ ਆ। ਕਕਾਰ ਆਪਣੇ ਗਾਤਰੇ, ਜਿਹੜੀ ਕਿਰਪਾਨ ਹੈ, ਇਹ ਜਿਹੜੇ ਆਪਣੇ ਰਵਾਇਤੀ ਸ਼ਸਤਰ ਹਨ ਇਹ ਤਾਂ ਜਾਣਗੇ ਆਪਣੇ ਨਾਲ, ਪਰ ਆਪਾਂ ਕਿਸੇ ਉੱਤੇ ਹੱਥ ਨਹੀਂ ਚੁੱਕਣਾ ਤੇ ਕਿਸੇ ਨੂੰ ਮਾਰਨਾ ਨਹੀਂ। ਆਪਾਂ ਨਾਮ ਜਪਣਾ ਤੇ ਬਾਣੀ ਪੜ੍ਹਨੀ ਆ। ਆਪਾਂ ਨੂੰ ਭਾਵੇਂ ਉਹ ਮਾਰ ਦੇਣ, ਗੋਲੀਆਂ ਮਾਰਨ, ਵੱਢਣ, ਟੁੱਕਣ, ਅੱਗ ਲਾਉਣ, ਜੋ ਮਰਜ਼ੀ ਕਰਨ, ਪਰ ਆਪਾਂ ਸ਼ਾਂਤ ਰਹਿ ਕਰਕੇ ਨਾਮ ਜਪਦੇ ਆ ਗੁਰੂ ਸਾਹਿਬ ਜੀ ਦਾ ਨਨਕਾਣਾ ਸਾਹਿਬ ਆਜ਼ਾਦ ਕਰਾਉਣਾ। ਇਹ ਫੈਸਲਾ ਕੀਤਾ ਗਿਆ ਸਿੱਖਾਂ ਵੱਲੋਂ। ਜਦੋਂ ਇਹ ਸਲਾਹ ਕਰਕੇ ਪਹਿਲਾ ਜਥਾ ਲੈ ਕਰਕੇ ਜਾਣਾ ਹੈ
ਤੇ ਅੱਜ ਦੇ ਦਿਨ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਪਹੁੰਚੇ ਸਨ ਉਹ ਜਥਾ ਲੈ ਕੇ। ਜਿਹੜੀ ਰਾਤ ਲੰਘੀ ਹੈ ਨਾ 20 ਫਰਵਰੀ ਵਾਲੀ, ਕਹਿੰਦੇ ਵੀ ਆਪਣੇ ਘਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਧਾਰੋਵਾਲ ਪਿੰਡ, ਆਪਣੇ ਘਰ ਦੇ ਵਿੱਚ ਭਾਈ ਲਛਮਣ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਸ਼ਾਮ ਨੂੰ ਸੁੱਖ ਆਸਣ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਆਪਣੀ ਘਰ ਵਾਲੀ, ਉਹਨਾਂ ਦੇ ਘਰ ਵਾਲੀ ਦਾ ਨਾਮ ਲਿਖਿਆ ਬੀਬੀ ਇੰਦਰ ਕੌਰ। ਭਾਈ ਲਛਮਣ ਸਿੰਘ ਧਾਰੋਵਾਲ ਦੀ ਘਰ ਵਾਲੀ ਪਤਨੀ ਦਾ ਨਾਮ ਬੀਬੀ ਇੰਦਰ ਕੌਰ। ਘਰ ਵਾਲੀ ਨੂੰ ਕਹਿਣ ਲੱਗੇ ਭਾਈ ਲਛਮਣ ਸਿੰਘ ਵੀ ਸਵੇਰੇ ਜਥਾ ਲੈ ਕੇ ਜਾਣਾ ਹੈ, ਸ੍ਰੀ ਨਨਕਾਣਾ ਸਾਹਿਬ ਪਹੁੰਚਣਾ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਆਪਾਂ ਸੁੱਖ ਆਸਣ ਕਰਨ ਲੱਗੇ ਆ, ਤੇ ਅਰਦਾਸ ਕਰਕੇ ਪੁੱਛ ਲਈਏ ਮਹਾਰਾਜ ਸਾਹਿਬ ਤੋਂ ਕਿ ਗੁਰੂ ਸਾਹਿਬ ਦੀ ਕੀ ਆਗਿਆ ਹੈ, ਮਹਾਰਾਜ ਸਾਹਿਬ ਜੀ ਕੀ ਹੁਕਮ ਸੁਣਾਉਂਦੇ। ਅਰਦਾਸ ਕੀਤੀ ਗਈ, ਤੇ ਅਰਦਾਸ ਤੋਂ ਬਾਅਦ ਫਿਰ ਭਾਈ ਲਛਮਣ ਸਿੰਘ ਜੀ ਨੇ ਹੁਕਮਨਾਮਾ ਲਿਆ ਮੁੱਖ ਵਾਕ, ਤੇ ਉਹਨਾਂ ਦੀ ਪਤਨੀ ਚੌਰ ਕਰਦੀ ਬੀਬੀ ਇੰਦਰ ਕੌਰ। ਤਾਂ ਹੁਕਮਨਾਮਾ ਆਇਆ ਸੀ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਦੇ ਵਿੱਚੋਂ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵਿੱਚ ਆਈ। ਇਸ ਮੁੱਖ ਵਾਕ ਦੇ ਵਿੱਚ ਅੱਗੇ ਜਾ ਕੇ ਵੀ ਪੰਕਤੀ ਆਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜਦੋਂ ਸਾਰਾ ਸ੍ਰੀ ਮੁੱਖ ਵਾਕ ਪੜਿਆ ਗਿਆ ਤੇ ਸਮਾਪਤੀ ਹੋਈ, ਫਤਿਹ ਬੁਲਾਈ, ਮਹਾਰਾਜ ਦਾ ਸੁੱਖ ਆਸਣ ਕੀਤਾ ਗਿਆ, ਤੇ ਫਿਰ ਘਰ ਵਾਲੀ ਨੇ ਪੁੱਛਿਆ ਵੀ ਮਹਾਰਾਜ ਸਾਹਿਬ ਨੇ ਕੀ ਆਖਿਆ ਹੈ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਚੌਥੇ ਸਰੂਪ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਆ, ਤੇ ਮਹਾਰਾਜ ਨੇ ਬਚਨੇ ਕੀਤਾ ਵੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਤੁਹਾਨੂੰ ਆਪਣਾ ਤਨ ਮਨ ਕਟਾਉਣਾ ਪੈਣਾ ਵਾ, ਤੇ ਆਪਣੇ ਆਪ ਨੂੰ ਅੱਗ ਦੇ ਵਿੱਚ ਸੜਵਾਉਣਾ ਪੈਣਾ ਵਾ, ਫਿਰ ਨਨਕਾਣਾ ਸਾਹਿਬ ਆਜ਼ਾਦ ਹੋਵੇਗਾ। ਕਹਿੰਦੇ ਮਹਾਰਾਜ ਨੇ ਇਹ ਆਖਿਆ। ਅਗਲੇ ਦਿਨ ਅੰਮ੍ਰਿਤ ਵੇਲੇ ਜਦੋਂ ਹੁਕਮਨਾਮਾ ਲਿਆ ਸੀ, ਤੇ ਕਹਿੰਦੇ ਫੇਰ ਇਹ ਹੁਕਮਨਾਮਾ ਇਹੀ ਆਇਆ ਸੀ ਕਿ ਮਹਾਰਾਜ ਸਾਹਿਬ ਨੇ ਆਖਿਆ ਕਿ ਇਹ ਕੁਰਬਾਨੀਆਂ ਕਰਨੀਆਂ ਪੈਣੀਆਂ। ਅੱਜ ਦਾ ਜਿਹੜਾ ਦਿਨ ਹੈ, ਭਾਈ ਸਾਹਿਬ 150 ਦੇ ਲਗਭਗ ਸਿੰਘਾਂ ਦਾ ਜਥਾ ਲੈ ਕਰਕੇ, ਇਤਿਹਾਸ ਤੇ ਬੜਾ ਲੰਮਾ ਹੈ, ਲੈ ਕਰਕੇ ਜਦੋਂ ਉੱਥੇ ਪਹੁੰਚੇ, ਅਗਲੇ ਪਾਸੇ ਨਰੈਣੂ ਮਹੰਤ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਅੰਗਰੇਜ਼ਾਂ ਦਾ ਰਾਜ ਸੀ ਉਸ ਮੌਕੇ ਤੇ, ਅੰਗਰੇਜ਼ਾਂ ਦੀ ਪੂਰੀ ਸਹਿ ਸੀ ਨਰੈਣੂ ਮਹੰਤ ਨੂੰ। ਉਹਨਾਂ ਪੂਰੀ ਤਿਆਰੀ ਕੀਤੀ ਹੋਈ ਹੈ, ਬੰਦੂਕਾਂ ਲਿਆ ਕੇ ਰੱਖੀਆਂ ਹੋਈਆਂ ਪਹਿਲਾਂ ਵੀ ਉਹਨਾਂ ਕੋਲੇ ਸੀ, ਤੇ ਹੋਰ ਵੀ ਉਹਨਾਂ ਨੇ ਤੇਲ ਦਾ ਪ੍ਰਬੰਧ ਕੀਤਾ ਹੋਇਆ ਵਾ, ਗੰਡਾਸੇ ਰੱਖੇ ਹੋਏ ਆ, ਟਕੂਏ ਰੱਖੇ ਹੋਏ ਆ ਵੀ ਜਿੰਨੇ ਸਿੱਖ ਆਉਣਗੇ ਨਨਕਾਣਾ ਸਾਹਿਬ ਤੇ ਉਹਨਾਂ ਨੂੰ ਗੋਲੀਆਂ ਚਲਾ ਚਲਾ ਕੇ ਭੁੰਨ ਦੇਣਾ। ਜਿਹੜੇ ਸਹਿਕਦੇ ਹੋਣਗੇ, ਨਰੈਣੂ ਮਹੰਤ ਨੇ ਆਪਣੇ ਸਾਥੀਆਂ ਨੂੰ ਆਖਿਆ ਉਹਨਾਂ ਦੇ ਟੋਟੇ ਕਰ ਦੇਣੇ ਤੁਸੀਂ ਵੱਢ ਵੱਢ ਕੇ। ਭੱਠੀਆਂ ਰੱਖੀਆਂ ਹੋਈਆਂ, ਤੇਲ ਰੱਖਿਆ ਹੋਇਆ, ਕਹਿੰਦਾ ਵੀ ਜਿਹੜੇ ਜਿਉਂਦੇ ਫੱਟੜ ਹੋਏ ਉਹਨਾਂ ਨੂੰ ਭੱਠੀਆਂ 'ਚ ਸੁੱਟ ਸੁੱਟ ਕੇ ਤੇ ਤੇਲ ਪਾ ਪਾ ਕੇ ਅੱਗ ਲਾ ਕੇ ਸਾੜਨੀ ਜਿੰਨੇ ਇੱਥੇ ਆਏ। ਇਹ ਸਿੰਘ ਜਦੋਂ 150 ਦੇ ਕਰੀਬ, ਵਿੱਚ ਮਾਈਆਂ ਵੀ ਆ, ਭਾਈ ਵੀ ਆ, ਬੱਚੇ ਵੀ ਆ। ਛੋਟਾ ਜਿਹਾ ਬੱਚਾ, ਉਹਦਾ ਨਾਂ ਦਰਬਾਰਾ ਸਿੰਘ ਆਇਆ, 12 ਕੁ ਸਾਲਾਂ ਦਾ ਸੀ, ਕਹਿੰਦੇ ਉਹ ਵੀ ਗਿਆ ਨਾਲ ਆਪਣੇ ਪਿਤਾ ਦੇ। 12 ਸਾਲਾਂ ਦਾ ਬੱਚਾ ਹੋਵੇ। ਜਿਸ ਵੇਲੇ ਪਹੁੰਚੇ ਅੱਜ ਦੇ 21 ਫਰਵਰੀ ਵਾਲੇ ਦਿਨ 1921 ਈਸਵੀ ਸਨ, ਅੱਜ ਤੋਂ 100 ਸਾਲ ਪਹਿਲਾਂ, 101 ਸਾਲ ਪਹਿਲਾਂ, ਤੇ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਜਾ ਕੇ ਬੈਠੇ ਭਾਈ ਲਛਮਣ ਸਿੰਘ ਜੀ, ਬਾਕੀ ਸੰਗਤ ਬੈਠੀ ਹੈ। ਜਦੋਂ ਬਾਣੀ ਪੜ੍ਹਨ ਲੱਗੇ ਆ, ਕੀਰਤਨ ਕਰਨ ਲੱਗੇ, ਤੇ ਉਹਨਾਂ ਨੇ ਫਿਰ ਉਤਲੇ ਪਾਸੇ ਵੀ ਚੜੇ ਹੋਏ ਸੀ ਉਹ ਗੁੰਡੇ ਨਰੈਣੂ ਮਹੰਤ ਦੇ, ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਇੱਕਦਮ ਇਹ ਸਾਰੀ ਸੰਗਤ ਦੇ ਉੱਤੇ, ਸਾਰੇ ਜਥੇ ਦੇ ਉੱਤੇ। ਪਿੱਛੋਂ ਬਾਕੀ ਜਿਹੜੇ ਸਿੱਖ ਆਗੂ ਸੀ ਉਹਨਾਂ ਨੂੰ ਪਤਾ ਲੱਗਾ ਵੀ ਅਗਲੇ ਪਾਸੇ ਉਹਨਾਂ ਨੇ ਇਸ ਤਰ੍ਹਾਂ ਤਿਆਰੀ ਕੀਤੀ ਹੋਈ ਮਾਰਨ ਦੀ, ਜਿੰਨੇ ਚਿਰ ਨੂੰ ਆਪਣੇ ਉਹਨਾਂ ਨੇ ਸਿੰਘ ਭੇਜੇ ਵੀ ਉਹਨਾਂ ਨੂੰ ਰੋਕਿਆ ਜਾਵੇ, ਪਰ ਕੁਝ ਜਥੇ ਤਾਂ ਰੋਕੇ ਗਏ, ਪਰ ਭਾਈ ਲਛਮਣ ਸਿੰਘ ਧਾਰੋਵਾਲ ਦਾ ਜਥਾ ਜਿਹੜਾ ਸੀ, ਉਹਨਾਂ ਨੇ ਆਖਿਆ ਵੀ ਪਤਾ ਲੱਗ ਵੀ ਗਿਆ ਸੀ ਉਹਨਾਂ ਨੂੰ ਕਿ ਅਗਲੇ ਪਾਸੇ ਇਸ ਤਰ੍ਹਾਂ ਦਾ ਹੈ ਮਾਹੌਲ, ਪਰ ਕਹਿੰਦੇ ਅਸੀਂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਤੁਰੇ ਆ, ਹੁਣ ਰੁਕਣਾ ਨਹੀਂ ਹੈ। ਅਰਦਾਸ ਕਰਕੇ ਤੁਰੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਇਸ ਕਰਕੇ ਮਹਾਰਾਜ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਵਾ। ਜਦੋਂ ਜਾ ਕੇ ਮਹਾਰਾਜ ਦੇ ਦਰਬਾਰ ਦੇ ਵਿੱਚ ਜਨਮ ਸਥਾਨ ਤੇ ਇਹ ਪਹੁੰਚੇ, ਸਾਰੇ ਬੈਠੇ
ਤੇ ਫਿਰ ਇਹਨਾਂ ਨੂੰ ਨਾਮ ਜਪਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ ਇਹਨਾਂ ਉੱਤੇ ਗੋਲੀਆਂ ਦੀ ਵਿਛਾੜ ਕਰ ਦਿੱਤੀ ਗਈ। ਭਾਈ ਸਾਹਿਬ ਦੇ ਗੋਲੀਆਂ ਵੱਜੀਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਵੱਜੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਮਾਰੀਆਂ ਗਈਆਂ, ਇਹਨਾਂ ਸਿੰਘਾਂ ਦੇ ਗੋਲੀਆਂ ਵੱਜੀਆਂ। ਉਸ ਵੇਲੇ ਸ਼ਹੀਦ ਹੋ ਗਏ। ਤੇ ਫਿਰ ਜਿਹੜੇ ਸਹਿਕਦੇ ਸੀ, ਜਿਹੜੇ ਜ਼ਖਮੀ ਹੋਏ, ਉਹਨਾਂ ਨੂੰ ਫੜ ਫੜ ਕੇ ਟਕੂਆਂ ਦੇ ਨਾਲ, ਗੰਡਾਸਿਆਂ ਦੇ ਨਾਲ ਵੱਢਿਆ ਗਿਆ। ਉਸ ਮੌਕੇ ਤੇ ਤੇਲ ਪਾ ਪਾ ਕੇ ਭੱਠੀਆਂ 'ਚ ਸੁੱਟ ਸੁੱਟ ਕੇ ਤੇ ਅੱਗ ਲਾ ਕੇ ਸਾੜਿਆ ਗਿਆ। ਭਾਈ ਲਛਮਣ ਸਿੰਘ ਜੀ, ਉਹਨਾਂ ਦੇ ਭਾਵੇਂ ਗੋਲੀਆਂ ਵੀ ਵੱਜੀਆਂ ਸੀ ਪਰ ਫਿਰ ਵੀ ਜਿਉਂਦੇ ਸਨ। ਉਹਨਾਂ ਨੂੰ ਫੜ ਕੇ ਜੰਡ ਦੇ ਨਾਲ ਬੰਨ੍ਹ ਕਰਕੇ ਤੇਲ ਪਾ ਕੇ ਤੇ ਉੱਥੇ ਲਟਕਾ ਕੇ ਅੱਗ ਲਾ ਕੇ ਸਾੜਿਆ ਗਿਆ, ਉਹ ਜੰਡ ਦੇ ਨਾਲ। ਛੋਟਾ ਜਿਹਾ ਬੱਚਾ ਜਿਹੜਾ ਸੀ, ਉਸ ਦੇ 2 ਟੋਟੇ ਕਰਕੇ 12 ਸਾਲਾਂ ਦੇ ਬੱਚੇ ਦੇ, ਭਾਈ ਦਰਬਾਰਾ ਸਿੰਘ ਦੇ, ਉਹਨੂੰ ਵੀ ਭੱਠੀ 'ਚ ਸੁੱਟ ਕੇ ਸਾੜ ਦਿੱਤਾ ਗਿਆ। ਕਹਿੰਦੇ ਵੀ ਦਰਬਾਰ ਸਾਹਿਬ ਦੇ ਬਾਹਰ-ਬਾਹਰ ਜਿਹੜਾ ਨਾ, ਜਿੱਥੇ ਜਿਹਨੂੰ ਚਰਨ ਗੰਗਾ ਆਪਾਂ ਕਹਿ ਦਿੰਦੇ ਆ, ਵੀ ਉਹ ਛੋਟਾ ਜਿਹਾ 16 ਇੰਚ ਦੀ ਉਹਦੀ ਲੰਬਾਈ ਸੀ, ਉਹ ਜਿਹੜਾ ਟੋਆ ਸੀਗਾ, ਤੇ 14 ਇੰਚ ਡੂੰਘਾ ਸੀ, 14 ਇੰਚ ਡੂੰਘਾ ਤੇ 16 ਇੰਚ ਲੰਮਾ। ਉਹ ਕਹਿੰਦੇ ਵੀ ਖੂਨ ਨਾਲ ਭਰ ਕੇ ਉੱਤੋਂ ਦੀ ਵਗਣ ਡਿਆ ਸੀਗਾ। ਅੱਜ ਦੇ ਦਿਨ ਖੂਨ ਨਾਲ ਭਰ ਕੇ ਉੱਤੋਂ ਦੀ ਵਗਣ ਡਿਆ ਸੀ ਉਹ। ਅੱਜ 21 ਫਰਵਰੀ ਹੈ ਤੇ ਫਿਰ 23 ਫਰਵਰੀ ਨੂੰ ਇਹਨਾਂ ਸਿੰਘਾਂ ਦੇ ਬਾਕੀ ਸਾਰੇ ਸਿੱਖ ਆਗੂਆਂ ਨੇ ਜਾ ਕਰਕੇ ਉੱਥੇ ਟੁਕੜੇ ਇਕੱਠੇ ਕੀਤੇ ਸੀ। ਟੁਕੜੇ ਕਿੰਨੇ ਟੋਕਰੇ ਭਰ ਗਏ ਸੀ, 10 ਟੋਕਰੇ ਤਾਂ ਕਹਿੰਦੇ ਹੱਡੀਆਂ ਦੇ ਭਰੇ ਸੀ ਸਾਧ ਸੰਗਤ। 4 ਟੋਕਰੇ ਮਾਸ ਦੇ ਭਰੇ ਸੀਗੇ, ਵੱਖਰਾ ਵੱਖਰਾ ਮਾਸ। ਉੱਥੇ ਸਾਰੇ ਸਿੰਘਾਂ ਦੇ ਪਰਿਵਾਰਕ ਮੈਂਬਰ ਗਏ 23 ਫਰਵਰੀ ਵਾਲੇ ਦਿਨ। ਅੱਜ 21 ਆ ਨਾ, 2 ਦਿਨ ਬਾਅਦ 23 ਫਰਵਰੀ ਵਾਲੇ ਦਿਨ। ਤਾਂ ਕੋਈ ਸਰੀਰ ਸਿਆਣਿਆ ਨਹੀਂ ਸੀ ਜਾਂਦਾ। ਸਿਰਫ ਕਹਿੰਦੇ 4 ਲਾਸ਼ਾਂ ਜਿਹੜੀਆਂ ਉਹ ਵੀ ਸੜੀਆਂ ਹੋਈਆਂ, ਅੱਧ ਸੜੀਆਂ ਬਰਾਮਦ ਹੋਈਆਂ ਸੀ, ਤੇ ਬਾਕੀ 126 ਤਾਂ ਖੋਪੜੀਆਂ ਹੀ ਲੱਭੀਆਂ ਸੀ ਕੱਲੀਆਂ। 126 ਖੋਪੜੀਆਂ ਕੱਲਾ, ਉਹ ਵੀ ਸੜੀਆਂ ਹੋਈਆਂ, ਸਿਰ 126। ਤਾਂ ਫਿਰ ਉੱਥੇ ਕਿਸੇ ਦੀ ਪਤਨੀ, ਕਿਸੇ ਦੀ ਮਾਤਾ, ਕਿਸੇ ਦੇ ਪਿਤਾ, ਬਾਕੀ ਜਦੋਂ ਪਰਿਵਾਰਕ ਮੈਂਬਰ ਗਏ ਵੀ ਆਹ ਕੁਝ ਵਾਪਰ ਗਿਆ, ਸ੍ਰੀ ਨਨਕਾਣਾ ਸਾਹਿਬ ਆ ਸਾਕਾ ਹੋ ਗਿਆ, ਤੇ ਆਪੋ ਆਪਣੇ ਜਿਹਦਾ ਕਿਸੇ ਦਾ ਕੋਈ ਸੰਬੰਧ ਸੀ, ਕੋਈ ਆਪਣੀ ਪਤੀ ਦਾ ਸਰੀਰ ਉੱਥੇ ਲੱਭ ਰਿਹਾ, ਪਤਨੀ, ਤੇ ਕੋਈ ਉੱਥੇ ਆਪਣੇ ਪੁੱਤਰ ਦਾ ਸਰੀਰ ਲੱਭ ਰਿਹਾ, ਕੋਈ ਆਪਣੇ ਪਿਤਾ ਦਾ ਸਰੀਰ ਉੱਥੇ ਲੱਭ ਰਿਹਾ। ਪਰ ਉੱਥੇ ਕਿਸੇ ਦੀਆਂ ਉਂਗਲੀਆਂ, ਕਿਸੇ ਦੇ ਪੈਰ, ਕਿਸੇ ਦੇ ਹੱਥ, ਕਿਸੇ ਦੀਆਂ ਬਾਹਾਂ, ਇਸ ਤਰ੍ਹਾਂ ਟੁਕੜੇ ਟੁਕੜੇ ਮਿਲੇ ਸਾਰਿਆਂ। ਜਦੋਂ ਸੰਸਕਾਰ ਕੀਤਾ ਸਿੰਘਾਂ ਨੇ 23 ਫਰਵਰੀ ਵਾਲੇ ਦਿਨ, ਤੇ ਉਸ ਮੌਕੇ ਤੇ 10 ਟੋਕਰੇ ਹੱਡੀਆਂ ਦੇ, 4 ਟੋਕਰੇ ਮਾਸ ਦੇ, 126 ਖੋਪੜੀਆਂ ਜਿਹੜੀਆਂ ਸੀ ਉਹ ਚਿਖਾ ਵਿੱਚ ਰੱਖੀਆਂ ਗਈਆਂ, ਤੇ 4 ਲਾਸ਼ਾਂ ਸਿੰਘਾਂ ਦੀਆਂ ਰੱਖੀਆਂ ਗਈਆਂ। ਤੇ ਹੋਰ ਜਿਹੜੇ ਸੀ ਜਿਨ੍ਹਾਂ ਦਾ ਪਤਾ ਨਹੀਂ ਲੱਗਾ, ਤੇ ਉਹ ਜਿਹੜੇ ਸਾਰਾ ਕੁਝ ਉੱਥੇ ਸਾੜ ਕੇ ਸਵਾਹ ਕਰ ਦਿੱਤਾ ਗਿਆ। ਇਸ ਤਰ੍ਹਾਂ ਦਾ ਸਾਧ ਸੰਗਤ ਜੀ ਇਹ ਸਾਕਾ ਵਰਤਿਆ। ਗੁਰਧਾਮਾਂ ਦੀ ਸੇਵਾ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਸ਼ਾਂਤ ਰਹਿ ਕਰਕੇ। ਉੱਥੇ ਇੱਕ ਮਾਤਾ ਆਪਣੇ ਪੋਤਰੇ ਦਾ ਸਰੀਰ ਲੱਭਦੀ ਫਿਰਦੀ, ਭਾਈ ਦਰਬਾਰਾ ਸਿੰਘ ਦਾ, ਵੀ ਇੱਥੇ ਮੇਰਾ ਪੋਤਰਾ ਵੀ ਆਇਆ ਸੀ 12 ਕੁ ਸਾਲਾਂ ਦਾ, ਵੇਖਿਓ ਕਿਤੇ ਨਿੱਕੀਆਂ ਨਿੱਕੀਆਂ ਉਂਗਲੀਆਂ ਇੱਥੇ ਕਿਤੇ ਦਿਸ ਪੈਣ, ਤੇ ਕਿਉਂਕਿ ਸਾਰਿਆਂ ਦੇ ਹੱਥ ਹੀ ਲੱਭ ਰਹੇ ਸੀ, ਕਿਸੇ ਦੇ ਪੈਰ ਲੱਭ ਰਹੇ ਸੀ। ਉਹਨੇ ਕਿਹਾ ਨਿੱਕੀਆਂ ਉਂਗਲੀਆਂ ਹੋਈਆਂ ਤੇ ਮੈਨੂੰ ਵੀ ਦੱਸਿਓ, ਤੇ ਉਹਨੂੰ ਤਾਂ ਭੱਠੀ ਵਿੱਚ ਸਾੜ ਕੇ ਸਵਾਹ ਕਰ ਦਿੱਤਾ ਸੀ ਭਾਈ ਦਰਬਾਰਾ ਸਿੰਘ, 12 ਸਾਲਾਂ ਦੇ ਬੱਚੇ। ਇਹ ਕੁਝ ਸਾਧ ਸੰਗਤ ਜੀ ਉਸ ਜ਼ਾਲਮ ਨਰੈਣੂ ਮਹੰਤ ਦੀ ਅਗਵਾਈ ਦੇ ਵਿੱਚ ਅੱਜ ਦੇ ਦਿਨ ਹੋਇਆ। ਤੇ ਭਾਈ ਲਛਮਣ ਸਿੰਘ ਧਾਰੋਵਾਲ ਤੇ ਭੁਜੰਗੀ ਦਰਬਾਰਾ ਸਿੰਘ ਤੇ ਹੋਰ ਅਨੇਕਾਂ ਸਿੰਘਾਂ ਨੇ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ, ਸ਼ਾਂਤ ਰਹਿ ਕਰਕੇ। ਤੇ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਦਾ 23 ਫਰਵਰੀ ਨੂੰ ਸ਼ਾਮ ਨੂੰ ਸੰਸਕਾਰ ਹੋਇਆ ਨਾ ਸਾਰੇ ਸਿੰਘਾਂ ਦਾ, ਤੇ ਫਿਰ ਗੁਰੂ ਕੇ ਪੰਥ ਨੇ, ਗੁਰੂ ਕੇ ਸਿੰਘਾਂ ਨੇ ਮਤੇ ਉੱਥੇ ਲਿਖੇ ਗਏ। ਜਦੋਂ ਸੰਸਕਾਰ ਹੋ ਰਿਹਾ ਸੀ, ਸ਼ਾਮ ਦਾ ਮੌਕਾ ਸੀ, ਤੇ ਉਹ ਅੱਗ ਦੀਆਂ ਲਾਟਾਂ ਇਹਨਾਂ ਦੀ ਚਿਖਾ ਦੇ ਵਿੱਚੋਂ ਜਾ ਰਹੀਆਂ ਸੀ ਨਾ ਤਾਂ ਨੂੰ, ਤੇ ਫਿਰ ਗੁਰੂ ਕੇ ਪੰਥਕ ਆਗੂ ਉੱਥੇ ਮਤੇ ਲਿਖ ਰਹੇ ਸਨ
कि गुरधामां दा प्रबंध किस तरह का होना चाहिए, कि गुरु का प्रबंधक, गुरु घर का प्रबंधक अमृतधारी होना चाहिए, नितनेमी होना चाहिए। वो सारी रहत मर्यादा जिहड़ी है फिर उस वेले उन्हां दी चिखा दे अग दे विच शाम के मौके ते लिखी गई, रात के मौके ते भी इस तरह का प्रबंध होना चाहिए। उस तो बाद फिर जिहड़ा सारा पंथ ने ये साध संगत जी प्रोग्राम बनाया ते फिर ये गुरधाम आजाद होए, जिन्हां नूं असीं अरदास विच चेते करदे हां। जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए, खोपरियां लुहाइयां। देखो जो इत्थे नां नहीं किसी का लिखिया अरदास दे विच, क्योंकि जो खोपरियां लुहाइयां, हुण एक खोपरी नहीं आखिया भी खोपरी लुहाई। अरदास लिखण वाले साडे बजुर्गां ने गल लिखी खोपरियां लुहाइयां, क्योंकि 126 खोपरियां उत्थों मिलियां सी अज दे दिन, अज तो 101 साल पहलां 1921 नूं ਜਦੋਂ खोपरी लुहाई की गल आउंदी है तो सब तो पहला आपां भाई तारू सिंह जी का नाम लवांगे। साडे सामने भाई तारू सिंह जी शहीद आ जाते, उन्होंने खोपरी लुहाई है, सिक्खी केसां स्वासां नाल निभाई। पर एक ने नहीं, जिन्नियां ने पिछे अपना सिक्खी वास्ते गुरधामां वास्ते शहादतां प्राप्त कीतियां, वो सारे अरदास विच शामिल हो जाते हैं। अज तो भावें कोई 500 साल पहला, भावें 400 साल पहला, भावें 300 साल पहला, भावें 100 साल पहला किसी ने शहादत प्राप्त की आ, वो इस अरदास विच शामिल हो जाता। असीं उन्हां सारिआं नूं याद करते हैं। ते भावें अज दे दिन विच कोई धर्म वास्ते, सच हक वास्ते, गुरधामां दे पवित्रता वास्ते शहादत प्राप्त करदा, वो भी अरदास विच शामिल हुंदा। अज तो बाद भी जिहड़ा कुर्बानी करेगा वो भी अरदास विच शामिल हो जाएगा। जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए, खोपरियां लुहाइयां, चरखड़ियां ते चढ़े, तां नारियां नाल चराए, गुरुद्वारियां दी सेवा लई कुर्बानियां कीतियां। वेखो किन्नियां कुर्बानियां कीतियां, गुरुद्वारियां दी सांभ संभाल, ये पवित्रता कायम रवे, इथों दा प्रबंध वधिया होवे। गुरुद्वारियां दी सेवा लई कुर्बानियां कीतियां, धर्म नहीं हारिया, सिੱਖੀ केसां स्वासां नाल निभाए, तिन्हां दी कमाई दा ध्यान धर के खालसा जी साहिब बोलो जी वाहिगुरू। तो साध संगत जी अज दे इतिहास के संबंध विच, साका ननकाणा साहिब के संबंध विच कुछ बेनतियां संखेप दे नाल सांझियां कीतियां, जो साडे वड्डे वडेरियां ने अपना खून डोल करके ते श्री ननकाणा साहिब की पवित्रता नूं कायम कीता, महंतां दे कोलों गुरधाम आजाद करवाए। और फिर ये बेनती करा, क्योंकि सारे महंत नहीं सी इस तरह के, जिवें मसंद बहुती गिणती दे विच उन्हां दे जीवन ढलिहाई वाला आ गया सी, पर फिर भी कुछ मसंद चढ़दी कला वाले जीवन वाले भी सी। इसे तरह महंतां दे बहुते जिहड़े जीवन सी वो इस तरह दे सी, पर फिर भी विचों कुछ चंगे जीवन वाले भी महंत सन। महंत तां परमेश्वर नूं भी आखिया है, आरंभ विच भी बेनती कीती सी, नमस्तं अनंते नमस्तं महंते। महंत कई चंगे जीवन वाले भी होए, पर इह नरैणु महंत ने एक कुकर्म कीता, ਉਹਦੇ ਸਾਥੀਆਂ ने एक कुकर्म कीता जिन्हों अज भी लाहणतां पैंदियां। ते जिन्हां ने अपना खून डोलिया उन्हां शहीदां नूं असीं रोज़ अरदास विच याद करदे हां, और रहिंदी दुनिया तक उन्हां नूं नमस्कारां हुंदियां रहणगीਆਂ। उन्हां धर्मियां नूं याद कीता जावेगा। जयकार कीओ धर्मियां का, पापी को दंड दिओए। तो लड़ीवार रूप विच सतगुरु जी ने जो 31ਵੀਂ पौड़ी दे विच बख्शिश कर रहे हैं, शरधा भावना सहित सरवण करिए जी। सतनाम श्री वाहिगुरु साहिब जी। हर रास मेरी मन वंजारा। धन श्री गुरु अमरदास साहिब जी महाराज आनंद साहिब की बाणी अंदर बख्शिश कर रहे हैं। हर रास मेरी, हरि परमेश्वर वाहिगुरु मेरी रास है, मेरी पूंजी है। मन वणजारा, ते मन वणजारा है। वणजारा कहते वणज करन वाला, वपार करन वाला। ते वपार उही कर सकदा जिहदे कोले रास होवे, रासी होवे, पूंजी होवे, ਉਹਦੇ ਨਾਲ फिर लाभ खटिया जाता। तो हरि परमेश्वर ही मेरी रास है, पूंजी है। ते मन जिहड़ा है
ਇਹ ਵਪਾਰ ਕਰਨ ਵਾਲਾ ਹੈ। ਹਰ ਰਾਸ ਮੇਰੀ ਮਨ ਵਣਜਾਰਾ। ਹਰੀ ਪਰਮੇਸ਼ਰ ਹੀ ਮੇਰੀ ਰਾਸ ਹੈ, ਮੇਰੀ ਪੂੰਜੀ ਹੈ, ਤੇ ਮਨ ਜਿਹੜਾ ਇਹ ਵਪਾਰ ਕਰਨ ਵਾਲਾ ਹੈ। ਸਤਿਗੁਰ ਤੇ ਰਾਸ ਜਾਣੀ। ਜੋ ਹਰੀ ਰਾਸ ਹੈ ਨਾ, ਹਰੀ ਪੂੰਜੀ ਹੈ ਪਰਮੇਸ਼ਰ ਵਾਹਿਗੁਰੂ, ਇਹ ਰਾਸ ਸਤਿਗੁਰੂ ਜੀ ਦੇ ਪਾਸੋਂ ਜਾਣੀ ਹੈ। ਸਤਿਗੁਰੂ ਜੀ ਨੇ ਦੱਸਿਆ ਕਿ ਉਹ ਵਾਹਿਗੁਰੂ ਹਰੀ ਹੀ ਮੇਰੀ ਰਾਸ ਹੈ, ਮੇਰੀ ਪੂੰਜੀ ਹੈ, ਮੇਰੀ ਦੌਲਤ ਹੈ। ਇਹ ਰਾਸ ਦੇ ਬਾਰੇ ਜਾਣਕਾਰੀ ਸਤਿਗੁਰੂ ਜੀ ਦੇ ਪਾਸੋਂ ਜਾਣੀ ਹੈ। ਹਰ ਹਰ ਨਿਤ ਜਪਿਓ ਜੀਓ। ਮਹਾਰਾਜ ਕਹਿੰਦੇ ਜੋ ਹਰੀ ਨੇ ਭਾਈ ਇਹ ਕਿਰਪਾ ਕੀਤੀ ਹੈ, ਇਹ ਸਵਾਸ ਦਿੱਤੇ ਹੋਏ ਹਨ, ਇਹ ਸਵਾਸਾਂ ਦੀ ਪੂੰਜੀ ਦਿੱਤੀ ਹੋਈ ਹੈ, ਤੇ ਇਹਨਾਂ ਸਵਾਸਾਂ ਨੂੰ ਨਿਤਾ ਪ੍ਰਤੀ ਹਿਰਦੇ ਦੀ ਭਾਵਨਾ ਦੇ ਨਾਲ ਉਸ ਹਰੀ ਪਰਮੇਸ਼ਰ ਨੂੰ ਨਿਤਾ ਪ੍ਰਤੀ ਜਪਣਾ ਕਰੋ। ਹਰ ਹਰ ਨਿਤ ਜਪਿਓ ਜੀਓ। ਜੀਓ ਭਾਵ ਹਿਰਦਿਓਂ ਜਪੋ, ਜੀ ਤੋਂ ਜਪੋ, ਹਿਰਦਿਓ ਭਾਵਨਾ ਦੇ ਨਾਲ ਹਰ ਥਾਂ ਤੇ ਵਸਣ ਵਾਲੇ, ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲੇ ਐਸੇ ਹਰ ਹਰ ਪਰਮੇਸ਼ਰ ਨੂੰ ਨਿਤਾ ਪ੍ਰਤੀ ਇਹ ਜੀਵੋ ਤੁਸੀਂ ਜਪਣਾ ਕਰੋ। ਲਾਹਾ ਖਟਿਓ ਦਿਹਾੜੀ। ਤੇ ਇੱਕ ਇੱਕ ਦਿਹਾੜੀ ਦਾ ਲਾਹਾ ਖੱਟਣਾ ਕਰੋ, ਕਿਉਂਕਿ ਪੂੰਜੀ ਖਰਚ ਕਰਕੇ ਲਾਭ ਖੱਟਿਆ ਜਾਂਦਾ ਹੈ। ਤੇ ਵਾਹਿਗੁਰੂ ਜੀ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਸ਼ਰਧਾ ਰੂਪੀ ਪੂੰਜੀ ਧਾਰਨ ਕਰਕੇ ਤੇ ਫਿਰ ਇਹ ਨਾਮ ਜਪ ਕਰਕੇ ਆਪਣੀ ਜ਼ਿੰਦਗੀ ਦੀ ਇੱਕ ਇੱਕ ਦਿਹਾੜੀ ਦਾ ਲਾਭ ਖੱਟੋ। ਹਰੇਕ ਇਨਸਾਨ ਦੀ ਭਾਵਨਾ ਹੈ ਕਿ ਮੈਨੂੰ ਰੋਜ਼ ਦੀ ਦਿਹਾੜੀ ਵਿੱਚ ਲਾਭ ਪ੍ਰਾਪਤ ਹੋਵੇ। ਮੇਰੀ ਜਿਹੜੀ ਰੋਜ਼ ਦੀ ਦਿਹਾੜੀ ਹੈ ਸਵੇਰ ਤੋਂ ਸ਼ਾਮ ਤੱਕ, ਹਰੇਕ ਦਿਹਾੜੀ ਦਾ ਮੈਨੂੰ ਲਾਭ ਮਿਲੇ, ਮੁਨਾਫਾ ਮਿਲੇ। ਧਨ ਦੌਲਤ ਸੰਸਾਰੀ ਤੌਰ ਤੇ ਬੰਦਾ ਕਹਿੰਦਾ ਮੈਨੂੰ ਬਹੁਤ ਲਾਭ ਮਿਲੇ। ਜਿਹੜਾ ਵੀ ਕੋਈ ਖਿੱਤਾ ਕਰਦਾ ਹੈ, ਜਿਹੜਾ ਵੀ ਕੋਈ ਕੰਮਕਾਰ ਕਰਦਾ ਹੈ, ਉਹਦੇ ਵਿੱਚ ਉਹ ਸੋਚਦਾ ਹੈ ਕਿ ਇਹਦੇ ਵਿੱਚ ਮੈਨੂੰ ਬਹੁਤਾ ਮੁਨਾਫਾ ਹੋਵੇ, ਬਹੁਤਾ ਲਾਭ ਹੋਵੇ। ਪਰ ਸਤਿਗੁਰੂ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਨੇ ਇਹ ਮਨ ਦਿੱਤਾ ਹੋਇਆ ਹੈ, ਵਪਾਰੀ ਬਣਾਇਆ ਹੈ, ਮਨ ਨੂੰ ਵਣਜ ਕਰਨ ਵਾਲਾ ਬਣਾਇਆ ਹੈ। ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਸਵਾਸਾਂ ਦੀ ਰਾਸ ਦਿੱਤੀ ਹੈ, ਪੂੰਜੀ ਦਿੱਤੀ ਹੈ, ਤੇ ਰੋਜ਼ ਵਾਹਿਗੁਰੂ ਜੀ ਨੂੰ ਜਪ ਕਰਕੇ ਨਾਮ ਦਾ ਲਾਹਾ ਖੱਟੋ, ਨਾਮ ਦਾ ਲਾਹਾ। ਕਿਉਂਕਿ ਸਵਾਸਾਂ ਦੀ ਪੂੰਜੀ ਰੋਜ਼ ਰੋਜ਼ ਘਟਦੀ ਵੀ ਜਾ ਰਹੀ ਹੈ। ਗਿਣ ਕੇ ਪਾਏ ਹੋਏ ਆ ਨਾ, ਗਿਣ ਕੇ ਦਿੱਤੇ ਹੋਏ ਆ। ਇਸ ਕਰਕੇ ਜਨਮ ਤਾਂ ਬਾਅਦ ਵਿੱਚ ਹੋਇਆ, ਮਰਨਾ ਪਹਿਲਾਂ ਲਿਖਿਆ ਗਿਆ। ਤੇ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚੋਂ ਇੱਕ ਦਿਨ ਘਟ ਜਾਂਦਾ ਹੈ। ਅਸੀਂ ਕਹਿੰਦੇ ਆ ਦਿਨ ਚੜ੍ਹ ਪਿਆ ਤੇ ਇਹ ਦਿਹਾੜੀ ਗੁਜ਼ਰ ਗਈ, ਸੂਰਜ ਅਸਤ ਹੋ ਗਿਆ, ਰਾਤ ਪੈ ਗਈ। ਇਹ ਦਿਨ ਰਾਤ ਹੀ ਨਹੀਂ, ਸਿਰਫ ਦਿਨ ਚੜ੍ਹਦਾ ਤੇ ਛਿਪਦਾ। ਇਹ ਸਾਡੀ ਜ਼ਿੰਦਗੀ ਦਾ ਇੱਕ ਇੱਕ ਦਿਨ ਚੜ੍ਹਦਾ ਤੇ ਇੱਕ ਇੱਕ ਦਿਨ ਛਿਪਦਾ। ਸਾਡੀ ਜ਼ਿੰਦਗੀ ਵਿੱਚੋਂ ਇੱਕ ਇੱਕ ਦਿਨ ਘਟਦਾ ਜਾ ਰਿਹਾ। ਇਸੇ ਨੂੰ ਮਹਾਰਾਜ ਨੇ ਅੰਮ੍ਰਿਤ ਬਾਣੀ ਚ ਆਖਿਆ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਇਹ ਪ੍ਰਾਣਾ ਧਾਰੀ ਜੀ, ਇਹ ਦਿਨ ਰਾਤ ਜਿਹੜਾ ਹੈ ਨਾ, ਇਹ ਦਿਨ ਰਾਤ ਵਿੱਚ ਵਾਹਿਗੁਰੂ ਨੂੰ ਚੇਤੇ ਕਰ ਲੈ। ਛਿਨ ਛਿਨ ਔਦ ਵਿਹਾਤ ਹੈ ਫੂਟੇ ਘਟ ਦਿਓ ਪਾਣੀ। ਛਿਨ ਛਿਨ ਕਰਕੇ ਉਮਰ ਘਟਦੀ ਜਾਂਦੀ ਹੈ। ਜਿਵੇਂ ਤਰੇੜ ਆਏ ਹੋਏ ਘੜੇ ਦੇ ਵਿੱਚੋਂ ਇੱਕ ਇੱਕ ਬੂੰਦ ਕਰਕੇ ਪਾਣੀ ਜਿਹੜਾ ਉਹ ਸਿਮ ਜਾਂਦਾ ਹੈ ਤੇ ਘੜਾ ਜਿਹੜਾ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਇਹ ਸਰੀਰ ਇੱਕ ਘੜਾ ਹੈ, ਸਵਾਸਾਂ ਦਾ ਪਾਣੀ ਇਹਦੇ ਵਿੱਚੋਂ ਰੋਜ਼ ਹੀ ਨਿਕਲਦਾ ਜਾ ਰਿਹਾ, ਰੋਜ਼ ਹੀ ਘਟਦਾ ਜਾ ਰਿਹਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸੀਜੈ। ਉਮਰ ਘਟਦੀ ਜਾ ਰਹੀ, ਸਰੀਰ ਕਮਜ਼ੋਰ ਹੁੰਦਾ ਜਾਂਦਾ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਬਿਦ ਕੀਜੈ। ਸੋ ਦਿਨ ਆਵਣ ਲਾਗਾ, ਉਹ ਜਿਹੜਾ ਅਖੀਰਲਾ ਦਿਨ ਉਹ ਤਾਂ ਨੇੜੇ ਆਉਂਦਾ ਜਾਂਦਾ। ਇਸ ਕਰਕੇ ਭਾਈ ਹਰ ਹਰ ਨਿਤ ਜਪੇ ਹੋ ਜੀਓ। ਹਿਰਦਿਓਂ ਭਾਵਨਾ ਦੇ ਨਾਲ ਨਿਤਾ ਪ੍ਰਤੀ ਵਾਹਿਗੁਰੂ ਜੀ ਨੂੰ ਜਪਣਾ ਕਰੋ। ਲਾਹਾ ਖੱਟੇ ਹੋ ਦਿਹਾੜੀ। ਇਹ ਦਿਹਾੜੀ ਦਾ ਲਾਭ ਖੱਟ ਲਓ, ਦਿਨ ਦਾ ਲਾਭ ਖੱਟ ਲਓ। ਜਿਸ ਦਿਨ ਪ੍ਰਭੂ ਨੂੰ ਜਪਿਆ, ਸਿਮਰਨ ਕੀਤਾ, ਨਾਮ ਜਪਿਆ, ਬਾਣੀ ਪੜ੍ਹੀ, ਉਹ ਦਿਹਾੜੀ ਦਾ ਲਾਭ ਖੱਟ ਲਿਆ। ਤੇ ਆਪਣੇ ਜੀਵਨ ਰੂਪੀ ਦਿਹਾੜੀ ਦਾ, ਸਾਰੀ ਜ਼ਿੰਦਗੀ ਰੂਪੀ ਦਿਹਾੜੀ ਦਾ ਲਾਹਾ ਖੱਟਣਾ ਕਰੋ ਪ੍ਰਭੂ ਨੂੰ ਜਪ ਜਪ ਕੇ।
ਇਹ ਧਨ ਤਿਨਾ ਮਿਲਿਆ। ਪਰ ਇਹ ਨਾਮ ਇੱਕ ਅਮੋਲਕ ਧਨ ਹੈ। ਇਹ ਨਾਮ ਰੂਪੀ ਧਨ ਤਿਨਾਂ ਨੂੰ ਮਿਲਿਆ ਹੈ ਜਿਨ ਹਰ ਆਪੇ ਭਾਣ। ਜਿਨ੍ਹਾਂ ਦੇ ਉੱਤੇ ਹਰੀ ਨੇ ਆਪ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਆਪਣੇ ਭਾਣੇ ਦੇ ਵਿੱਚ ਤੋਰਿਆ, ਆਪਣੇ ਹੁਕਮ ਦੇ ਵਿੱਚ ਜਿਨ੍ਹਾਂ ਨੂੰ ਆਪਣਾ ਭਾਣਾ ਮੰਨਣ ਦੀ ਬਖਸ਼ਿਸ਼ ਕੀਤੀ ਹੈ ਨਾ। ਜਿਨ ਹਰਿ ਆਪੇ ਭਾਣਾ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਆਪ ਭਾਇਆ ਹੈ, ਜਿਨ੍ਹਾਂ ਨੂੰ ਵਾਹਿਗੁਰੂ ਚੰਗਾ ਲੱਗਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਭਾਣੇ ਦੇ ਵਿੱਚ ਤੋਰਿਆ, ਤੇ ਉਹਨਾਂ ਨੂੰ ਫਿਰ ਆਪਣੇ ਭਾਣੇ ਦੇ ਵਿੱਚ ਤੋਰ ਕਰਕੇ ਆਪਣਾ ਨਾਮ ਧਨ ਦਿੱਤਾ। ਉਹਨਾਂ ਗੁਰਮੁਖਾਂ ਨੇ ਫਿਰ ਆਪਣੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਧਨ ਨੂੰ ਪ੍ਰਾਪਤ ਕੀਤਾ। ਦੋ ਧਨ ਹਨ ਸਾਧ ਸੰਗਤ ਜੀ, ਇੱਕ ਹੈ ਸੰਸਾਰੀ ਧਨ, ਇੱਕ ਹੈ ਨਾਮ ਧਨ। ਸੰਸਾਰੀ ਧਨ ਵਾਸਤੇ ਅਸੀਂ ਕਿੰਨਾ ਵੱਡਾ ਉਦਮ ਉਪਰਾਲਾ ਕਰਦੇ ਹਾਂ। ਉਦਮ ਕਰਕੇ ਹੀ ਸੰਸਾਰੀ ਧਨ ਪ੍ਰਾਪਤ ਹੁੰਦਾ। ਤਾਂ ਜੋ ਨਾਮ ਧਨ ਹੈ, ਇਹ ਵੀ ਉਦਮ ਦੇ ਨਾਲ, ਇਹ ਵੀ ਇੱਧਰ ਵੀ ਉਦਮ ਕਰਨਾ ਪੈਂਦਾ। ਸੰਸਾਰ ਦੇ ਕੰਮਕਾਰ ਵਾਸਤੇ ਵੀ ਬੰਦਾ ਉਦਮ ਕਰਦਾ ਹੈ, ਤੇ ਸੰਗਤ ਵਿੱਚ ਵੀ ਉਦਮ ਤੋਂ ਬਿਨਾਂ ਨਹੀਂ ਆ ਸਕਦਾ। ਨਾਮ ਵੀ ਉਦਮ ਤੋਂ ਬਿਨਾਂ ਨਹੀਂ ਜਪ ਸਕਦਾ। ਇਸ਼ਨਾਨ ਵੀ ਉਦਮ ਤੋਂ ਬਿਨਾਂ ਨਹੀਂ ਕਰ ਸਕਦਾ। ਨਿਤਨੇਮ ਵੀ ਉਦਮ ਤੋਂ ਬਿਨਾਂ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ, ਭਾਈ ਜਿੱਥੇ ਸੰਸਾਰੀ ਧਨ ਵਾਸਤੇ ਉਦਮ ਕਰਦਾ ਹੈ, ਉਥੇ ਨਾਮ ਧਨ ਵਾਸਤੇ ਵੀ ਉਦਮ ਕਰ। ਕਿਉਂਕਿ ਇੱਥੇ ਤੂੰ ਪੱਕਾ ਨਹੀਂ ਰਹਿਣਾ, ਤੂੰ ਜਾਣਾ ਵਾ ਕਿਤੇ। ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ, ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਤੇ ਜਿੱਥੇ ਜਾਣਾ ਉੱਥੇ ਜਿਹੜਾ ਧਨ, ਉਹ ਨਾਮ ਧਾਨੀ ਨਾਲ ਜਾਣਾ, ਤੇ ਨਾਮ ਧਨ ਨੂੰ ਵੀ ਇਕੱਤਰ ਕਰਨਾ ਕਰ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ, ਬੰਦਾ ਉਦਮ ਤਾਂ ਸਾਰੀ ਜ਼ਿੰਦਗੀ ਕਰਦਾ, ਪਰ ਸਾਰੇ ਉਦਮਾਂ ਨਾਲੋਂ ਚੰਗਾ ਉਦਮ ਕਿਹੜਾ ਭਲਾ? ਗਰੀਬ ਨਵਾਜ ਨੇ ਆਖਿਆ, ਜਿਹੜਾ ਉਦਮ ਕਰਕੇ ਨਾਮ ਜਪਿਆ ਜਾਵੇ, ਉਦਮ ਕਰਕੇ ਨਾਮ ਧਨ ਇਕੱਠਾ ਕੀਤਾ ਜਾਵੇ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਜੋ ਸਦਾ ਵਾਸਤੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ, ਇਹ ਸਾਰੇ ਉਦਮਾਂ ਨਾਲੋਂ, ਸਾਰੇ ਪੁਰਸ਼ਾਰਥਾਂ ਨਾਲੋਂ ਸ੍ਰੇਸ਼ਟ ਪੁਰਸ਼ਾਰਥ ਹੈ, ਸ੍ਰੇਸ਼ਟ ਉਦਮ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਨ੍ਹਾਂ ਨੇ ਭਾਈ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਣਾ ਕੀਤਾ, ਜਿਨ੍ਹਾਂ ਦੇ ਉੱਤੇ ਹਰੀ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪਣੇ ਭਾਣੇ ਵਿੱਚ ਜਿਨ੍ਹਾਂ ਨੂੰ ਤੋਰਿਆ ਹੈ, ਉਹ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਦਿਆਂ ਹੋਇਆਂ, ਹੁਕਮ ਵਿੱਚ ਚੱਲਦਿਆਂ ਹੋਇਆਂ, ਰਜਾ ਵਿੱਚ ਚੱਲਦਿਆਂ ਹੋਇਆਂ ਫਿਰ ਨਾਮ ਧਨ ਇਕੱਤਰ ਕਰਦੇ ਆ। ਉਹ ਧਨ ਜਿਹੜਾ ਬੰਦੇ ਦੇ ਨਾਲ ਪਰਲੋਕ ਤੀਕ ਜਾਂਦਾ ਹੈ, ਜਿੱਥੇ ਦੁਨੀਆ ਦਾ ਕੋਈ ਪਦਾਰਥ ਨਾਲ ਨਹੀਂ ਜਾਣਾ। ਆਸਾ ਕੀ ਵਾਰ ਚ ਮਹਾਰਾਜ ਨੇ ਆਖਿਆ ਨਾ ਵੀ ਕੱਪੜੇ ਵੀ ਇੱਥੇ ਰਹਿ ਜਾਣੇ, ਰੂਪ ਸੁਹਾਵਣਾ ਵੀ ਇੱਥੇ ਰਹਿ ਜਾਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਹਾਂ, ਮੰਦਾ ਚੰਗਾ ਨਾਲ ਜਾਵੇਗਾ, ਜਿਹੋ ਜਿਹਾ ਜੀਵ ਨੇ ਕਰਮ ਕੀਤਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ ਰਾਹੇ ਭੀੜੈ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ। ਇਹਦੇ ਵਿੱਚ ਤਾਂ ਔਗਣ ਕਰਨ ਵਾਲੇ ਦਾ ਜ਼ਿਕਰ ਕੀਤਾ ਮਹਾਰਾਜ ਵੀ ਜਿਹੜਾ ਔਗਣ ਕਰਦਾ ਉਹਨੂੰ ਪਛਤਾਉਣਾ ਪੈਣਾ। ਪਰ ਜਿਸ ਨੇ ਨਾਮ ਜਪਿਆ, ਜਿੱਥੇ ਨਾਲ ਦੁਨੀਆ ਦਾ ਕੋਈ ਪਦਾਰਥ ਨਹੀਂ ਜਾਵੇਗਾ, ਮਾਤਾ ਨੇ ਨਾਲ ਨਹੀਂ ਜਾਣਾ, ਪਿਤਾ ਨੇ ਨਾਲ ਨਹੀਂ ਜਾਣਾ, ਭੈਣ ਭਰਾਵਾਂ ਨੇ ਨਾਲ ਨਹੀਂ ਜਾਣਾ, ਜ਼ਮੀਨ ਜਾਇਦਾਦ ਦੇ ਨਾਲ ਨਹੀਂ ਜਾਣਾ, ਉਹਦੇ ਮੁਰਾਤਬੇ ਨੇ ਨਾਲ ਨਹੀਂ ਜਾਣਾ। ਫਿਰ ਮਹਾਰਾਜ ਕਹਿੰਦੇ ਜੇ ਜ਼ਿੰਦਗੀ 'ਚ ਨਾਮ ਜਪਿਆ ਹੋਵੇਗਾ, ਸਰੀਰ ਵੀ ਨਹੀਂ ਨਾਲ ਜਾਣਾ, ਇਹ ਵੀ ਚਿਖਾ ਤੀਕ ਜਾਵੇਗਾ, ਚਿਖਾ 'ਚ ਇਹਨੂੰ ਵੀ ਭਸਮ ਕਰ ਦਿੱਤਾ ਜਾਵੇਗਾ। ਤੇ ਜੇ ਨਾਮ ਜਪਿਆ ਹੋਵੇਗਾ ਤੇ ਨਾਮ ਤੇਰੇ ਨਾਲ ਜਾਵੇਗਾ। ਸਤਿ ਸ੍ਰੀ ਅਕਾਲ। ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਦੇ ਵਿੱਚ ਮਹਾਰਾਜ ਸਾਹਿਬ ਇਹੀ ਬਚਨ ਕਰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ,
ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਇਹ ਭਾਈ ਗੁਰੂ ਕੀ ਸ਼ਰਨ ਵਿੱਚ ਪੈ ਕੇ ਗੁਰਮੁਖ ਬਣ ਕੇ ਮੇਰੇ ਮਨਾ ਵਾਹਿਗੁਰੂ ਦੇ ਨਾਮ ਨੂੰ ਜਪ, ਤਾਂ ਫਿਰ ਤੈਨੂੰ ਕਨੇਰੇ ਸੁਖ ਪ੍ਰਾਪਤ ਹੋਣਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮਹਾਰਾਜ ਕਹਿੰਦੇ ਪ੍ਰਭੂ ਦਾ ਸਿਮਰਨ ਕਰਕੇ ਸੁਖ ਪ੍ਰਾਪਤ ਹੋਵੇਗਾ। ਫਿਰ ਮਹਾਰਾਜ ਜੀ ਨੇ ਵੀ ਫਰਮਾਇਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸਮਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਜਿੱਥੇ ਕਿਥੇ ਇਹ ਭਾਈ ਪ੍ਰਭੂ ਦਾ ਨਾਮ ਰਾਖੀ ਕਰੇਗਾ। ਗੁਰ ਕਾ ਬਚਨ ਬਸੈ ਜੀ ਅਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਐਸਾ ਵਾਹਿਗੁਰੂ ਜੀ ਦਾ ਨਾਮ ਹੈ, ਇਹ ਪਰਲੋਕ ਤੀਕ ਨਾਲ ਜਾਵੇਗਾ। ਤੇ ਜਿਨ੍ਹਾਂ ਦੇ ਪੱਲੇ ਫਿਰ ਨਾਮ ਹੈ ਨਾ, ਮਹਾਰਾਜ ਕਹਿੰਦੇ ਵੀ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ, ਉਹਨਾਂ ਨੂੰ ਨਰਕਾਂ 'ਚ ਨਹੀਂ ਜਾਣਾ ਪੈਂਦਾ, 84 ਲੱਖ ਜੂਨਾਂ ਦੇ ਵਿੱਚ ਨਹੀਂ ਉਹਨਾਂ ਨੂੰ ਭਟਕਣਾ ਪੈਂਦਾ, ਉਹਨਾਂ ਨੂੰ ਧਰਮ ਰਾਜੇ ਦੇ ਕੋਲੇ ਪੇਸ਼ੀ ਦੇਣ ਵਾਸਤੇ ਨਹੀਂ ਜਾਣਾ ਪੈਂਦਾ। ਜਿਨ੍ਹਾਂ ਨੇ ਜ਼ਿੰਦਗੀ 'ਚ ਨਾਮ ਨਹੀਂ ਜਪਿਆ, ਉਹਨਾਂ ਨੂੰ ਸਾਰੇ ਪਾਸੇ ਜਾਣਾ ਪੈਂਦਾ। ਜਮਦੂਤ ਵੀ ਉਹਨਾਂ ਨੂੰ ਫੜ ਕੇ ਲਿਜਾਂਦੇ ਆ, ਧਰਮ ਰਾਜੇ ਦੀ ਕਚਹਿਰੀ 'ਚ ਵੀ ਪੇਸ਼ ਕਰਦੇ ਆ। ਧਰਮ ਰਾਜਾ ਰਿੜਕ ਦਿੰਦਾ ਜਿਵੇਂ ਮਧਾਣੀ ਰਿੜਕਦੀ ਆ, ਉੱਥੇ ਆਏ ਵੀ ਉਹਨਾਂ ਨੂੰ ਕਰਨੀ ਪੈਂਦੀ। ਪਾਪੀ ਕਰਮ ਕਮਾਵਦੇ, ਕਰਦੇ ਹਾਏ ਹਾਏ। ਨਾਨਕ ਜਿਉਂ ਮਥਨ ਮਾਧਾਣੀਆਂ, ਤਿਉਂ ਮਥੇ ਧਰਮ ਰਾਏ। ਜਿਵੇਂ ਮਧਾਣੀ ਦਹੀਂ ਨੂੰ ਰਿੜਕ ਦਿੰਦੀ ਹੈ ਨਾ, ਲੱਸੀ ਵੱਖਰੀ ਤੇ ਮੱਖਣ ਵੱਖਰਾ ਕਰ ਦਿੰਦੀ, ਧਰਮ ਰਾਜਾ ਵੀ ਮਹਾਰਾਜ ਕਹਿੰਦੇ ਇੰਜ ਰਿੜਕ ਦਿੰਦਾ ਮਧਾਣੀ ਦੀ ਤਰ੍ਹਾਂ। ਨਾਨਕ ਜਿਉਂ ਮਥਨ ਮਾਧਾਣੀਆਂ, ਤਿਉਂ ਮਥੇ ਧਰਮ ਰਾਏ। ਤੇ ਜਿਨ੍ਹਾਂ ਨੇ ਨਾਮ ਜਪਿਆ ਮਹਾਰਾਜ, ਉਹਨਾਂ ਨੂੰ ਸਤਿਗੁਰੂ ਕਹਿੰਦੇ ਉਹਨਾਂ ਨੂੰ ਨਹੀਂ, ਨਾ ਜਮਦੂਤ ਨੇੜੇ ਆਉਂਦੇ ਆ, ਸਗੋਂ ਧਰਮ ਰਾਜੇ ਨੇ ਉਹ ਚੇਚਾ ਆਖਿਆ ਹੋਇਆ ਜਮਦੂਤਾਂ ਨੂੰ ਵੀ ਨਾਮ ਜਪਣ ਵਾਲੇ ਗੁਰਮੁਖਾਂ ਸਾਧੂਆਂ ਕੋਲੇ ਨਾ ਜਾਇਓ। ਜੇ ਚਲੇ ਗਏ ਤੁਸੀਂ ਵੀ ਵੱਜ ਜਾਣਾ ਜੇ, ਤੇ ਮੈਂ ਵੀ ਵੱਜ ਜਾਣਾ, ਤੇ ਜਮਪੁਰੀ ਵੀ ਨਹੀਂ ਆਪਣੀ ਛੁੱਟਣੀ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਹਣਾ ਹਉ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਐ ਦੂਤ। ਮਹਾਰਾਜ ਧਰਮ ਰਾਜਾ ਕੋਲੇ ਨਾਮ ਜਪਣ ਵਾਲਿਆਂ ਨੂੰ ਨਹੀਂ ਜਾਣਾ ਪੈਂਦਾ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਨਹੀਂ ਜਾਣਾ ਪੈਂਦਾ। ਹਾਂ, ਆਪਣੀ ਖੁਸ਼ੀ ਨਾਲ ਭਾਵੇਂ ਚਲੇ ਜਾਣ, ਵੀ ਚਲੋ ਧਰਮ ਰਾਜਾ ਨੂੰ ਵੀ ਮਿਲ ਕੇ ਤੁਰੇ ਜਾਂਦੇ ਆ। ਸੱਚਖੰਡ ਨੂੰ ਜਾਣਾ, ਗੁਰਪੁਰੀ ਨੂੰ ਜਾਣਾ, ਤੇ ਰਾਹ 'ਚ ਧਰਮ ਰਾਜਾ ਇਹਦੇ ਕੋਲ ਵੀ ਹੋ ਕੇ ਚਲੇ ਜਾਈਏ। ਤੇ ਜਦੋਂ ਉਹਨਾਂ ਗੁਰਮੁਖਾਂ ਨੂੰ ਵੇਖਦਾ ਨਾ ਆਉਂਦੇ ਆ ਧਰਮ ਰਾਜਾ, ਤੇ ਉਹ ਵੀ ਆਪਣੇ ਸਿੰਘਾਸਣ ਤੋਂ ਉੱਠ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਖਲੋ ਜਾਂਦਾ ਵੀ ਇੱਥੇ ਤਾਂ ਪਾਪੀ ਆਉਂਦੇ ਆ, ਇੱਥੇ ਤਾਂ ਪਾਪੀ ਤੇ ਪੁੰਨੀ ਉਹ ਆਪਣਾ ਹਿਸਾਬ ਕਿਤਾਬ ਕਰਾਉਣ ਵਾਸਤੇ ਆਉਂਦੇ ਆ, ਤੇ ਤੁਸੀਂ ਨਾਮ ਜਪਣ ਵਾਲਿਆਂ ਨੇ ਇੱਥੇ ਚਰਨ ਪਾਏ ਆ, ਜੰਮਪੁਰੀ ਨੂੰ ਹੀ ਪਵਿੱਤਰ ਕਰ ਦਿੱਤਾ। ਨਾਮ ਧਿਆਨ ਸਾਜਣਾ, ਜਨਮ ਪਦਾਰਥ ਜੀਤ। ਨਾਨਕ ਧਰਮੇ ਐਸੇ ਚਵਹਿ, ਕੀਤੋ ਭਵਨ ਪੁਨੀਤ। ਧਰਮ ਰਾਜਾ ਇਸ ਤਰ੍ਹਾਂ ਕਹਿੰਦਾ ਤੁਸੀਂ ਮੇਰੇ ਭਵਨ ਹੀ ਪਵਿੱਤਰ ਕਰ ਦਿੱਤੇ। ਤਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ ਭਾਈ ਇਹ ਨਾਮ ਧਨ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਜੀਵ ਦਾ ਸਾਥ ਨਿਭਾਉਂਦਾ ਹੈ, ਤੇ ਇਹ ਧਨ ਉਹਨਾਂ ਨੂੰ ਪ੍ਰਾਪਤ ਹੁੰਦਾ। ਇਹੋ ਧਨ ਤਿਨਾਂ ਮਿਲਿਆ ਜਿਨ ਹਰਿ ਆਪੇ ਭਾਣਾ। ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਆਪ ਬਖਸ਼ਿਸ਼ ਕਰਦੇ ਆ, ਜਿਨ੍ਹਾਂ ਨੂੰ ਆਪਣਾ ਭਾਣਾ ਮੰਨਣ ਦੀ ਬਖਸ਼ਿਸ਼ ਕਰਦੇ ਹਨ। ਕਹੈ ਨਾਨਕ ਹਰਦਾਸ ਮੇਰੀ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿ ਹਰੀ ਵਾਹਿਗੁਰੂ ਹੀ ਮੇਰੀ ਰਾਸ ਪੂੰਜੀ ਹੈ। ਮਨ ਹੋਆ ਵਣਜਾਰਾ। ਤੇ ਇਹ ਮਨ ਜਿਹੜਾ ਹੈ ਇਹ ਵਣਜਾਰਾ ਹੋਇਆ ਹੈ, ਇਹ ਵਪਾਰੀ ਹੋਇਆ ਹੈ। ਸੋ ਇਹ ਮਨ ਨੇ ਪ੍ਰਭੂ ਜੀ ਦਾ ਨਾਮ ਜਪ ਕਰਕੇ ਲਾਹਾ ਖੱਟਣਾ ਹੈ। ਤੇ ਵਾਹਿਗੁਰੂ ਪਰਮੇਸ਼ਰ ਨੇ ਸ਼ਰਧਾ ਰੂਪੀ ਪੂੰਜੀ ਦਿੱਤੀ ਹੈ, ਸਵਾਸਾਂ ਰੂਪੀ ਪੂੰਜੀ ਦਿੱਤੀ ਹੈ। ਉਹ ਹਰੀ ਪਰਮੇਸ਼ਰ ਨੇ ਸਾਡੇ ਅੰਦਰ ਆਪਣੀ ਚੇਤਨ ਕਲਾ ਪਾਈ ਹੈ। ਉਸ ਵਾਹਿਗੁਰੂ ਜੀ ਨੇ ਸਾਨੂੰ ਚੇਤਨ ਸੱਤਾ ਦਿੱਤੀ ਹੈ, ਜਿਸ ਕਰਕੇ ਉਹ ਵਾਹਿਗੁਰੂ ਹੀ ਮੇਰੀ ਰਾਸ ਹੈ। ਤੇ ਮਨ ਜਿਹੜਾ ਇਹ ਵਪਾਰੀ ਹੈ, ਤੇ ਮਨ ਨਾਮ ਨੂੰ ਜਪ ਕਰਕੇ ਲਾਭ ਖੱਟ ਕਰਕੇ ਹੀ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਸੁਰਖਰੂ ਹੋਵੇਗਾ। ਤੋ ਸਤਿਗੁਰੂ ਗਰੀਬ ਨਵਾਜ ਨੇ ਕਿਰਪਾ ਕੀਤੀ, ਸਾਧ ਸੰਗਤ ਜੀ ਪਵਿੱਤਰ ਪਾਵਨ ਉਪਦੇਸ਼ ਬਖਸ਼ਿਆ।
ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹੈ ਨਾਨਕ ਹਰਿ ਰਾਸ ਮੇਰੀ ਮਨ ਹੋਆ ਵਣਜਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।